ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵਿਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਮਾਲਕ ਦੀਆਂ ਵਡਿਆਈਆਂ ਕਰਦੇ। ਮਾਲਕ ਮੇਰੀ ਜਿਹਵਾ ਇੱਕ ਹੈ, ਅਨੇਕ ਗੁਣ ਤੇ ਤੇਰੇ ਗੁਣ ਅਨੇਕਾਂ ਹਨ। ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਰਹੀ। ਅੱਛਾ, ਇੱਕ ਜ਼ਬਾਨ ਦੀ ਤੇ ਗੱਲ ਛੱਡੋ, ਸਹਿਜ ਪਾਣੀ ਜਪਿਓ ਸ਼ੇਸ਼ ਨਾਗੈ ਹਰ ਜਪਤਿਆਂ ਅੰਤ ਨਾ ਪਾਵੈ। ਹਜ਼ਾਰ ਫਨ ਵਾਲਾ ਸ਼ੇਸ਼ ਨਾਗ ਵਾਹਿਗੁਰੂ ਜੀ ਦੇ ਨਿਤ ਨਵੇਂ ਨਾਮ ਲੈ ਕੇ ਉਹਦਾ ਸਾਧ ਸੰਗਤ ਜੀਓ ਜਸ ਕਰਦਾ ਹੈ। ਨਵਤਨ ਨਾਮ ਜਪੈ ਨਿਤ ਜਿਹਵਾ, ਨਿਤ ਆਪਣੀ ਰਸਨਾ ਦੇ ਨਾਲ ਨਵੇਂ ਨਵੇਂ ਨਾਮ ਜਪਦਾ, ਉਹ ਵੀ ਮਾਲਕ ਦਾ ਅੰਤ ਨਹੀਂ ਪਾ ਸਕਦਾ। ਮੇਰੀ ਤੇ ਇੱਕ ਜ਼ੁਬਾਨ ਹੈ ਭਾਈ, ਮੈਂ ਕਿਹੜੇ ਕਿਹੜੇ ਉਹਦੇ ਗੁਣ ਗਾਵਾਂ। ਤੇਰੇ ਅਨੇਕਾਂ ਗੁਣ ਹਨ ਮਾਲਿਕ, ਤੇ ਮੇਰੀ ਇੱਕ ਜ਼ਬਾਨ ਹੈ, ਮੈਂ ਨਹੀਂ ਕਹਿ ਸਕਦਾ। ਬਸ ਤੇਰੇ ਚਰਨਾਂ ਤੇ ਢਹਿ ਪੈਣਾ ਹੀ ਮੇਰੇ ਲਈ ਅੱਛਾ ਹੈ। ਤਾਰੇ ਨਾਨਕ ਚਰਣੀ ਪਾਏ, ਮੈਂ ਤੇਰੇ ਚਰਣੀ ਪੈ ਗਿਆ ਮਹਾਰਾਜ, ਤੇਰੇ ਕਦਮਾਂ ਤੇ ਝੁਕ ਗਿਆ ਆਣ ਕੇ। ਤੂੰ ਕਿਰਪਾ ਕਰਕੇ ਮੇਰਾ ਪਾਰ ਉਤਾਰਾ ਕਰ ਦੇ, ਇਵੇਂ ਮੇਰਾ ਭਲਾ ਹੋ ਸਕਦਾ, ਹੋਰ ਕੋਈ ਕਾਰਨ ਨਹੀਂ। ਫਲ ਗੁਣ ਨੇਤ ਸਲਾਹੀਐ, ਜਿਸਨੋ ਤਿਲ ਨ ਤਮਾਏ। ਗਰੀਬ ਨਿਵਾਜ ਮਹਾਰਾਜ ਫੱਗਣ ਦੇ ਮਹੀਨੇ ਦੇ ਅਖੀਰ ਵਿੱਚ ਵਚਨ ਫਰਮਾਉਂਦੇ। ਮਹਾਰਾਜ ਕਹਿੰਦੇ ਨਿਤ ਸਾਲਾਹੀ ਹੈ, ਉਸ ਮਾਲਕ ਨੂੰ ਸਿਰਜਣਹਾਰ ਨੂੰ ਨਿਤ ਸਾਲਾਹੋ ਭਾਈ। ਇਹ ਨਹੀਂ ਇਕੱਲੇ ਮਸਾ ਸੰਗਰਾਮ ਵਾਲੇ ਦੇ ਨਹੀਂ, ਜਾਂ ਐਤਵਾਰ ਹੀ ਮੁੜ ਕੇ ਸਾਰਾ ਹਫ਼ਤਾ ਗੁਰਦੁਆਰੇ ਵੱਲ ਦੇਖਣਾ ਤੱਕ ਨਾ ਕੀ ਹੋ ਰਿਹਾ ਉੱਥੇ। ਇਸ ਤਰ੍ਹਾਂ ਨਹੀਂ, ਨਿਤ ਜਿਵੇਂ ਅਸੀਂ ਭੋਜਨ ਕਰਦੇ ਹਾਂ, ਜਲ ਪ੍ਰਸ਼ਾਦ ਪਾਣੀ ਗ੍ਰਹਿਣ ਕਰਦੇ ਹਾਂ, ਸਾਹ ਲੈਂਦੇ ਹਾਂ, ਇਸ ਤਰ੍ਹਾਂ ਨੇਤੀ ਨੇਮ ਕਰਨਾ ਅੰਮ੍ਰਿਤ ਵੇਲੇ ਉੱਠ ਕੇ। ਮਹਾਰਾਜ ਕਹਿੰਦੇ ਭਾਈ ਨਿਤ ਸਾਲਾਹੀ ਹੈ, ਨਿਤ ਨੂੰ ਸਾਲਾਹੋ ਮਾਲਕ ਸਿਰਜਣਹਾਰ ਨੂੰ, ਜਿਸ ਨੋ ਤਿਲ ਨਾ ਤਮਾਏ, ਜਿਹਨੂੰ ਤਿਲ ਜਿੰਨਾ ਵੀ ਤਮਾ ਨਹੀਂ, ਖਾਹਸ਼ ਨਹੀਂ। ਵਡਿਆਈ ਉਹਦੀ ਕਰੋ ਜਿਹਨੂੰ ਵਡਿਆਈ ਦੀ ਇੱਛਾ ਨਹੀਂ। ਜਿਹਦੇ ਮਨ ਵਿੱਚ ਵਡਿਆਈ ਦੀ ਇੱਛਾ ਹੋਵੇ, ਸਾਧ ਸੰਗਤ ਜੀ, ਉਹਦੀ ਵਡਿਆਈ ਕਰਨ ਦਾ ਵੀ ਕੀ ਸਵਾਦ ਹੈ ਫਿਰ। ਮਾਲਕ ਦੇ ਮਨ ਵਿੱਚ ਵਡਿਆਈ ਦੀ ਕੋਈ ਇੱਛਾ ਨਹੀਂ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਮਿਲ ਕੇ ਉਹਦੀਆਂ ਵਡਿਆਈਆਂ ਕਰਨ ਤੇ ਸਾਧ ਸੰਗਤ ਜੀ ਉਹ ਵੱਡਾ ਨਹੀਂ ਹੁੰਦਾ। ਜੇ ਸਾਰੇ ਮਿਲ ਕੇ ਉਹਦੀ ਨਿੰਦਿਆ ਕਰੀ ਜਾਣ, ਨਾਸਤਕ ਹੋ ਜਾਣ, ਕਮਿਊਨਿਸਟ ਜਿਵੇਂ ਹੋ ਗਏ ਅੱਜ ਕੱਲ੍ਹ ਬਹੁਤੇ, ਤੋ ਫਿਰ ਵੀ ਸਾਧ ਸੰਗਤ ਜੀ ਰੱਬ ਦਾ ਕੋਈ ਘਟਦਾ ਨਹੀਂ ਹੈ, ਉਹ ਬੇਪਰਵਾਹ ਹੋ ਹੈ ਭਾਈ। ਘਟਦਾ ਤੇ ਵਾਧਾ ਸਾਡਾ ਹੈ। ਜੇ ਅਸੀਂ ਉਹਦੀਆਂ ਵਡਿਆਈਆਂ ਕਰਦੇ ਹਾਂ ਤੇ ਵੱਡੇ ਨਾਲ ਜੁੜ ਕੇ ਅਸੀਂ ਵੀ ਵਡਿਆਈਆਂ ਦੇ ਮਾਲਕ ਬਣ ਜਾਂਦੇ ਹਾਂ। ਜੇ ਅਸੀਂ ਉਹਦੀਆਂ ਵਡਿਆਈਆਂ ਨਹੀਂ ਕਰਦੇ, ਸਾਡਾ ਹਿਰਦਾ ਨਹੀਂ ਵਿਸ਼ਾਲ ਹੋ ਸਕਦਾ। ਇਹ ਬਹੁਤ ਵੱਡੀ ਇੱਕ ਸਾਧ ਸੰਗਤ ਜੀ ਮਨੁੱਖੀ ਮਨ ਦੀ ਸੱਚਾਈ ਹੈ। ਮਹਾਰਾਜ ਕਹਿੰਦੇ ਭਾਈ ਉਸ ਮਾਲਕ ਨੂੰ ਨਿਤ ਸਾਲਾਹੋ, ਨਿਤ ਉਹਦੀਆਂ ਤਾਰੀਫਾਂ ਕਰੋ। ਕਿਸ ਮਾਲਕ ਦੀਆਂ? ਜਿਸ ਨੂੰ ਤਿਲ ਨਾ ਤਮਾਏ, ਜਿਹਨੂੰ ਤਿਲ ਜਿੰਨਾ ਵੀ ਕੋਈ ਤਮਾ ਨਹੀਂ, ਤਿਲ ਜਿੰਨੀ ਵੀ ਜਿਹਦੇ ਮਨ ਵਿੱਚ ਕੋਈ ਖਾਹਸ਼ ਨਹੀਂ ਹੈ, ਉਸ ਮਾਲਕ ਦੀਆਂ ਨਿਤ ਵਡਿਆਈਆਂ ਕਰੋ, ਨਿਤ ਉਹਦੇ ਸੋਹਿਲੇ ਗਾਓ ਭਾਈ, ਨਿਤ ਉਹਦੀ ਬੰਦਗੀ ਕਰੋ, ਨਿਤ ਗੁਰਬਾਣੀ ਦੇ ਰਾਹੀਂ ਉਹਦੀ ਵਡਿਆਈ ਕਰੋ। ਜਪ ਸਾਹਿਬ ਦਾ ਪਾਠ ਕਰਕੇ, ਰਹਿ ਰਾਸ ਸਾਹਿਬ ਦਾ ਪਾਠ ਕਰਕੇ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਵਰਨਾ ਕੋਈ। ਜਪਜੀ ਸਾਹਿਬ ਦੇ ਵਿੱਚ ਰਹਿ ਰਾਸ ਸਮੁੱਚੀ ਬਾਣੀ ਵਿੱਚ ਉਹਦੀਆਂ ਵਡਿਆਈਆਂ ਨੇ ਨਾ। ਜਾਪ ਸਾਹਿਬ ਦੇ ਵਿੱਚ ਕਿੰਨੇ ਪਰਮੇਸ਼ਰ ਦੇ ਗੁਣ ਗਾਏ, ਅਕਾਲ ਉਸਤਤ ਵਿੱਚ ਕਿੰਨੀ ਸਾਧ ਸੰਗਤ ਜੀ ਗਹਿਰਾਈ ਨਾਲ ਉਹਦੀਆਂ ਵਡਿਆਈਆਂ ਕੀਤੀਆਂ। ਮਹਾਰਾਜ ਕਹਿੰਦੇ ਨਿਤ ਸਾਲਾਹੋ ਭਾਈ, ਨਿਤ ਉਹਦੀ ਵਡਿਆਈ ਕਰੋ ਉਸ ਮਾਲਕ ਦੀ, ਜਿਹਨੂੰ ਤਿਲ ਜਿੰਨਾ ਤਮਾ ਨਹੀਂ ਹੈ। ਜਿਨ ਜਿਨ ਨਾਮ ਤੇ ਆਇਆ, ਤਿਨ ਕੇ ਕਾਜ ਸਰੇ। ਅੱਗੇ ਮਹਾਰਾਜ ਸਾਧ ਸੰਗਤ ਜੀਓ 12ਵਾਂ ਮਾਝ ਦੇ ਅਖੀਰਲਾ ਜਿਹੜਾ ਪਦਾ ਹੈ, ਉਹਨੂੰ ਸਤਿਗੁਰੂ ਗਰੀਬ ਨਵਾਜ ਸਾਡੀ ਝੋਲੀ ਪਾ ਕੇ ਨਿਵਾਜਦੇ। ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਕਿ ਪਹਿਲਾ ਸ਼ਬਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਉਹ ਚੇਤ ਦੇ ਮਹੀਨੇ ਦੇ ਨਾਲ ਵਿਚਾਰਿਆ ਜਾਂਦਾ ਹੈ, ਗੁਰੂ ਘਰ ਦੀ ਆਦਿ ਕਾਲ ਦੀ ਮਰਜ਼ਾਦਾ। ਤੇ ਅਖੀਰਲਾ ਪਦਾ ਹੈ, ਅਖੀਰਲਾ ਸ਼ਬਦ ਬਖਸ਼ਿਸ਼ ਰੂਪ ਦੇ ਵਿੱਚ ਸਾਧ ਸੰਗਤ ਜੀ ਫੱਗਣ ਦੇ ਮਹੀਨੇ ਵਿੱਚ ਸੋ ਵਿਚਾਰਿਆ ਜਾਂਦਾ। ਇਸ ਪ੍ਰਕਾਰ 12 ਮਹੀਨਿਆਂ ਵਿੱਚ ਸਮਝ ਲਓ ਇਸ ਸ਼ਬਦ ਦੀ, ਇਸ ਬਾਣੀ ਦੀ ਕਥਾ ਸੰਪੂਰਨ ਰੂਪ ਦੇ ਵਿੱਚ ਆਪਾਂ ਸਾਧ ਸੰਗਤ ਜੀ ਵਿਚਾਰ ਲੈਂਦੇ ਹਾਂ। ਸਾਡੇ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਸਾਡਾ ਸਾਧ ਸੰਗਤ ਜੀ ਅਖੀਰਲਾ ਮਹੀਨਾ। ਅੱਗੇ ਮਹਾਰਾਜ ਬਖਸ਼ਿਸ਼ ਕਰਦੇ, ਇਸ 12 ਮਾਹ ਦਾ ਸਾਰਾ ਨਿਚੋੜ ਅਖੀਰ ਵਿੱਚ ਕੱਢਦੇ।
ਮਹਾਰਾਜ ਕਹਿੰਦੇ ਜਿਨ ਜਿਨ ਨਾਮ ਧਿਆਇਆ। ਹਾਂ ਭਾਈ, ਜਿੰਨੇ ਵੀ, ਜਿੰਨੇ, ਜੀ ਹਾਂ, ਜਿੰਨੇ ਵੀ ਉਹਦਾ ਨਾਮ ਧਿਆਇਆ, ਤਿੰਨ ਕੇ ਕਾਜ ਸਰੇ, ਉਹਨਾਂ ਦੇ ਸਾਰੇ ਕਾਰਜ ਸਰ ਗਏ। ਉਹਨਾਂ ਦਾ ਕੋਈ ਕੰਮ ਅਧੂਰਾ ਨਾ ਰਹਿਆ, ਜਿਨ੍ਹਾਂ ਨੇ ਉਹਦੀ ਬੰਦਗੀ ਕੀਤੀ, ਸਿਮਰਨ ਕੀਤਾ। ਹਰ ਹਰ ਗੁਰ ਪੁਰਾਇਆ ਆਰਾਧਿਆ, ਦਰਗ ਸਚ ਖਰੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਹਰੀ रूप सतगुरु ਨੂੰ आराध्या। सतगुरु जो परमेश्वर का साक्षात रूप ਹਨ, पार ब्रह्म गुर तिसका रूप, ਉਹਨੂੰ ਗੁਰੂ ਨੂੰ ਜਿਨ੍ਹਾਂ ਨੇ ਆਰਾਧਿਆ, ਦਰਗਹ ਸੱਚ ਖਰੇ। ਮਹਾਰਾਜ ਕਹਿੰਦੇ ਪਰਮੇਸ਼ਰ ਦੀ ਦਰਗਾਹ ਵਿੱਚ ਸੱਚੇ ਹਨ ਜੀ ਖਰੇ। ਬਹੁਤ ਉਹ ਖਰਿਆਂ ਤੋਂ ਵੀ ਖਰੇ, ਸੱਚਿਆਂ ਤੋਂ ਵੀ ਸੱਚੇ। ਖਰੇ ਤੋਂ ਭਾਵ ਬਹੁਤੇ ਸੱਚੇ ਹਨ, ਉਹ ਨਿਰੋਲ ਸੱਚੇ ਨੇ। ਸੱਚ ਦੋ ਤਰ੍ਹਾਂ ਦਾ ਹੁੰਦਾ, ਜੋ ਅਸੀਂ ਆਪਣੇ ਮਤਲਬ ਲਈ ਬੋਲਦੇ ਹਾਂ ਉਹ ਵੀ ਸੱਚ ਹੀ ਹੁੰਦਾ ਹੈ ਬਿਨਾਂ ਸ਼ੱਕ, ਪਰ ਸਤ ਸੰਗਤ ਜੀ ਉਹ ਅਧੂਰਾ ਸੱਚ ਹੁੰਦਾ। ਉਹ ਸੱਚ ਰਾਜਨੀਤਿਕ ਲੋਕ ਵੀ ਬੋਲਦੇ, ਇੱਕ ਉਹਦੇ ਖਿਲਾਫ ਬੋਲਦਾ, ਦੂਜਾ ਉਹਦੇ, ਦੋਵੇਂ ਸੱਚੇ ਦੋਨੇ ਹੁੰਦੇ ਨੇ, ਮਾਫ ਕਰਨਾ, ਬਾਹਰ ਮੁਖੀ ਦ੍ਰਿਸ਼ਟੀ ਦੇ ਨਾਲ। ਪਰ ਇੱਕ ਸੱਚ ਉਹ ਹੈ, ਸੱਚ ਤਾਂ ਪਰ ਜਾਣੀਆਂ ਜਾਂ ਹਿਰਦੇ ਸੱਚਾ ਹੋਏ, ਜੋ ਹਿਰਦੇ ਵਿੱਚ ਸੱਚੇ ਵਾਹਿਗੁਰੂ ਜੀ ਦਾ ਵਸ ਜਾਣਾ। ਜਾਂ ਸੱਚ ਤਾਂ ਪਰ ਜਾਣੀਆਂ ਜਾਂ ਸੱਚ ਧਰੇ ਪਿਆਰ, ਦਿਲ ਵਿੱਚੋਂ ਸੱਚ ਨੂੰ ਪਿਆਰ ਕਰਨਾ। ਇਹ ਸਾਧ ਸੰਗਤ ਜੀ ਖਰੇ ਸੱਚੇ ਹੋਣਾ, ਬਹੁਤੇ ਸੱਚੇ ਹੋਣਾ ਹੈ। ਗਰੀਬ ਨਿਵਾਜ ਮਹਾਰਾਜ ਕਹਿੰਦੇ ਉਹਨਾਂ ਨੇ ਹਰੀ ਰੂਪ ਪੂਰੇ ਗੁਰੂ ਦੀ ਆਰਾਧਨਾ ਕੀਤੀ, ਪੂਰੇ ਗੁਰੂ ਨੂੰ ਆਰਾਧਿਆ, ਤੇ ਪਰਮੇਸ਼ਰ ਦੀ ਦਰਗਾਹ ਵਿੱਚ ਉਹ ਖਰੇ ਸੱਚੇ ਹਨ, ਬਹੁਤੇ ਸੱਚੇ ਹਨ, ਉਹ ਪੂਰਨ ਰੂਪ ਦੇ ਵਿੱਚ ਸੱਚੇ ਹਨ ਗੁਰਮੁਖ। ਸਰਬ ਸੁਖਾ ਨਿਦ ਚਰਨ ਹਰ, ਪਉ ਜਲ ਬਿਖਮ ਤਰੇ। ਮਹਾਰਾਜ ਕਹਿੰਦੇ ਹਰੀ ਦੇ ਚਰਨ ਜੋ ਹਨ, ਮਾਲਕ ਦੇ ਚਰਨ ਜੋ ਹਨ, ਮਾਲਕ ਦਾ ਸ਼ਬਦ ਜੋ ਹੈ, ਮਾਲਕ ਦੀ ਬਾਣੀ ਜੋ ਹੈ, ਮਾਲਕ ਦਾ ਦਿੱਤਾ ਹੋਇਆ ਨਾਮ ਜੋ ਹੈ ਨਾ, ਚਿਤ ਚਰਨ ਨਾਮ। ਮਹਾਰਾਜ ਕਹਿੰਦੇ ਸਰਬ ਸੁੱਖਾਂ ਨਿਧ, ਉਹ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਮਾਲਕ ਦਾ ਨਾਮ। ਹਾਂ ਭਾਈ, ਜਿਨ੍ਹਾਂ ਨੇ ਉਸ ਨਾਮ ਨੂੰ ਜਪਿਆ ਹੈ, ਮਹਾਰਾਜ ਕਹਿੰਦੇ ਨੇ ਸੋ ਸਰਬ ਸੁੱਖਾਂ ਨਿਧ ਚਰਨ ਹਰ ਭੌਜਲ ਬਿਖਮ ਤਾਰੇ। ਉਹ ਸੰਸਾਰ ਸਮੁੰਦਾ ਜਿਹੜਾ ਬੜਾ ਬਿਖਮ ਭਾਰੀ, ਜਿਹਨੂੰ ਤਰਨਾ ਬੜਾ ਕਠਨ, ਉਹ ਗੁਰਮੁਖ ਤਰ ਗਏ ਹਨ ਜਿਨ੍ਹਾਂ ਨੇ ਬੰਦਗੀ ਕੀਤੀ। ਵੈਸੇ ਸੰਸਾਰ ਨੂੰ ਤਰਿਆ ਨਹੀਂ ਜਾ ਸਕਦਾ, ਇਹਨੂੰ ਤਰਨਾ ਬਹੁਤ ਵੱਡਾ ਸਾਧ ਸੰਗਤ ਜੀ ਇੱਕ ਮੋਰਚਾ ਜਿੱਤਣ ਵਾਲੀ ਗੱਲ ਹੈ। ਜਿਵੇਂ ਬਾਹਰੀ ਤੌਰ ਤੇ ਸਮੁੰਦਰ ਨੂੰ ਨਹੀਂ ਨਾ ਤਰਿਆ ਜਾ ਸਕਦਾ, ਐਵੇਂ ਸੰਸਾਰ ਸਮੁੰਦਰ ਨੂੰ ਵੀ ਨਹੀਂ ਤਰਿਆ ਜਾ ਸਕਦਾ। ਇੱਕ ਤਾਂ ਸਮੁੰਦਰ ਬਹੁਤ ਜ਼ਿਆਦਾ ਗਹਿਰਾ, ਔਰ ਦੂਸਰਾ ਸਮੁੰਦਰ ਵਿੱਚ 42 ਲੱਖ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਤਾਬਕ, ਤੇ 87 ਲੱਖ ਜੀਵ ਸਾਇੰਸ ਦੇ ਮੁਤਾਬਕ ਹਨ, ਤੇ ਸਭ ਦੇ ਸਭ ਉਹ ਮਾਂਸਾਹਾਰੀ ਹਨ। ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਉਹ ਇੱਕ ਦੂਜੇ ਨੂੰ ਖਾਂਦੇ ਨੇ, ਤੇ ਮਨੁੱਖ ਨੂੰ ਤੇ ਬੜੀ ਆਸਾਨੀ ਨਾਲ ਨਿਕਲ ਸਕਦੇ ਨੇ, ਮਨੁੱਖ ਨਹੀਂ ਤਰ ਸਕਦਾ ਸਮੁੰਦਰ ਨੂੰ ਕਹਿਣ ਤੋਂ ਬਾਅਦ। ਦੂਸਰਾ ਉਹਦੇ ਵਿੱਚ ਸੁਨਾਮੀ ਲਹਿਰਾਂ ਆਉਂਦੀਆਂ। ਤੀਸਰਾ ਇੱਕ ਆਦਮੀ ਕਿੰਨਾ ਕੁ ਸਮਾਂ ਆਪਣੇ ਹੱਥ ਪੈਰ ਚਲਾ ਸਕਦਾ, ਜ਼ੋਰ ਵੀ ਤੇ ਲੱਗਦਾ ਨਾ ਤੈਰਦਿਆਂ ਹੋਇਆ, ਨਹੀਂ ਤਰਿਆ ਜਾ ਸਕਦਾ। ਉਹਦੀ ਗਹਿਰਾਈ ਤੇ ਉਹਦਾ ਓੜਕ ਨਹੀਂ ਪਤਾ ਲੱਗਦਾ। ਪਰ ਜੇ ਕਿਤੇ ਸਮੁੰਦਰ ਨੂੰ ਤਰਨ ਦੇ ਵਾਸਤੇ ਜਹਾਜ਼ ਮਿਲ ਜਾਵੇ, ਤੇ ਸਾਧ ਸੰਗਤ ਜੀ ਜਿਹੜਾ ਸਮੁੰਦਰ ਮਹੀਨਿਆਂ ਵਿੱਚ ਨਹੀਂ ਤਰਿਆ ਜਾਂਦਾ, ਉਹਨੂੰ ਮਿੰਟਾਂ 'ਚ ਤਰ ਜਾਂਦੇ ਹਾਂ ਅਸੀਂ, ਕੁਛ ਮਿੰਟਾਂ 'ਚ ਹੀ ਪਾਰ ਹੋ ਜਾਂਦੇ ਆ। ਇਵੇਂ ਸੰਸਾਰ ਸਮੁੰਦਰ ਨੂੰ ਵੀ ਨਹੀਂ ਤਰਿਆ ਜਾ ਸਕਦਾ। ਸੇਮ ਉਸੇ ਤਰ੍ਹਾਂ ਹੈ, ਇਹ ਬੜਾ ਗਹਿਰਾ, ਇਹਦੇ ਵਿੱਚ ਪਦਾਰਥਾਂ ਦਾ ਪਾਣੀ ਤੇ ਲੋਭ ਦੀਆਂ ਲਹਿਰਾਂ। ਲੋਭ ਲਹਿਰਾਤ ਨਿਜਰ ਬਾਜੈ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾ ਬੀਠਲਾ। ਇਹਦੇ 'ਚ ਲੋਭ ਦੀਆਂ ਲਹਿਰਾਂ, ਪਦਾਰਥਾਂ ਦਾ ਪਾਣੀ, ਬੜੀਆਂ ਪ੍ਰਬਲ ਇਹ ਲਹਿਰਾਂ। ਬੰਦੇ ਨੂੰ ਘਰ ਘੁੰਮਣ ਵਾਣੀ, ਭਾਈ ਪਾਪ ਪੱਥਰ ਤਰਨ ਨਾ ਜਾਈ, ਭਉ ਬੇੜਾ ਜੀਓ ਚੜਾਊ ਕਹੋ ਨਾਨਕ ਦੇਵੈ ਕਾਹੂ। ਪਰਿਵਾਰ ਦਾ ਮੋਹ, ਇਹ ਘੁੰਮਣ ਘੇਰੀ ਆਦਮੀ ਇਹਦੇ ਵਿੱਚ ਹੀ ਫਸ ਜਾਂਦਾ, ਨਿਕਲ ਨਹੀਂ ਪਾਉਂਦਾ, ਉਹ ਜਿੰਨੇ ਮਰਜ਼ੀ ਯਤਨ ਕਰ ਲਵੇ। ਔਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਦੇ ਵੱਡੇ ਵੱਡੇ ਮਗਰਮੱਛ ਨੇ, ਆਦਮੀ ਨੂੰ ਸਿੱਧਾ ਹੀ ਨਿਕਲ ਜਾਣ। ਪਰ ਜੇ ਕਿਤੇ ਸਾਧ ਸੰਗਤ ਜੀ ਗੁਰਮੁਖ ਮਿਲ ਜਾਣ ਜਹਾਜ਼ ਵਰਗੇ, ਅੰਚਲ ਗਹਿ ਕੈ ਸਾਧਕਾ ਤਰਨਾ ਇਹੋ ਸੰਸਾਰ, ਤਾਂ ਸੰਸਾਰ ਸਮੁੰਦੇ ਤੋਂ ਅਸੀਂ ਤਰ ਸਕਦੇ ਹਾਂ। ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ ਜੀ ਨੂੰ ਜਹਾਜ਼ ਆਖਿਆ ਸੀ। ਇਹ ਸਿੱਖੀ ਕੋ ਬੋਹਿਤ ਭਾਰਾ ਕਰ ਹੈ ਭਵਜਲ ਤੇ ਨਿਸਤਾਰਾ, ਕਿ ਬਾਬਾ ਬੁੱਢਾ ਸਾਹਿਬ ਇਹ ਸਿੱਖੀ ਦਾ ਜਹਾਜ਼ ਹਨ। ਤੇ ਗੁਰੂ ਅਰਜਨ ਦੇਵ ਜੀ ਮਾਨ ਨੇ ਭਾਈ ਮੰਝ ਜੀ ਸਾਹਿਬ ਜੀ ਨੂੰ ਜਹਾਜ਼ ਆਖਿਆ। ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਗੁਰੂ ਕਾ ਜਹਾਜ਼ ਸਾਧ ਸੰਗਤ ਜੀ ਭਾਈ ਮੰਝ ਜੀ ਸਾਹਿਬ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ। ਤੋ ਇਸੇ ਪ੍ਰਕਾਰ ਉਹ ਗੁਰਮੁਖ ਦੇ ਮਿਲ ਜਾਣ ਜਹਾਜ਼ ਵਰਗੇ, ਤਾਂ ਜਿਹੜਾ ਸੰਸਾਰ ਅਸੀਂ ਤਰ ਨਹੀਂ ਸਕਦੇ। ਸਾਧ ਸੰਗਤ ਜੀ ਸਾਗਰ ਤਰਿਓ ਬਾਛਰ ਖੋਜ, ਬਾਛਰ ਮਤਲਬ ਬਸ਼ਰਾ,
ਖੋਜ ਕਹੀਏ, ਖੁਰਾ ਖੋਜ ਉਹਦਾ ਪੈਰ, ਸਭ ਤੋਂ ਵੱਡਾ ਪੈਰ ਹਾਥੀ ਦਾ ਮੰਨਿਆ। ਜਿਵੇਂ ਕਹਿੰਦੇ ਸੀ ਨਾ, ਹਾਥੀ ਦੇ ਪੈਰ 'ਚ ਸਾਰੇ ਪੈਰ ਆ ਜਾਂਦੇ, ਤੇ ਸਭ ਤੋਂ ਛੋਟਾ ਪੈਰ ਜਿਹੜਾ ਸਾਧ ਸੰਗਤ ਜੀ ਉਹ ਗਾਂ ਦਾ ਹੁੰਦਾ। ਜਿਨ੍ਹਾਂ ਨੇ ਗਾਵਾਂ ਮੱਝਾਂ ਰੱਖੀਆਂ ਪਿੰਡਾਂ 'ਚੋਂ ਆਏ ਲੋਕਾਂ ਨੂੰ ਪਤਾ ਹੋਵੇਗਾ, ਜਦੋਂ ਅਸੀਂ ਗਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਂਦੇ ਹਾਂ, ਭਾਵੇਂ ਚਿੱਕੜ ਵੀ ਹੋਵੇ, ਤੇ ਸਾਧ ਸੰਗਤ ਜੀ ਉਹਦਾ ਜਿਹੜਾ ਖੋਜ ਹੈ, ਖੁਰਾ ਹੈ ਨਾ, ਖੁਰ ਹੈ, ਉਹ ਛੋਟੀ ਜੀ ਉਹ ਜਗ੍ਹਾ ਮਲਦਾ, ਛੋਟਾ ਜਿਹਾ ਟੋਆ ਬਣਦਾ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿੰਨਾ ਗਹਿਰਾ ਬਚਨ ਸਾਡੀ ਸਭਿਅਤਾ ਦਾ ਆਖਿਆ ਰਾਮਕਲੀ ਰਾਗ ਦੇ ਵਿੱਚ, ਸਾਗਰ ਤਰਿਓ ਬਾਛਰ ਖੋਜ। ਉਹ ਸਾਗਰ ਨੂੰ ਇਵੇਂ ਤਰ ਕੇ ਜਿਵੇਂ ਬੱਚੇ ਦਾ ਖੋਜ ਹੁੰਦਾ, ਛੋਟਾ ਜਿਹਾ ਹੁੰਦਾ, ਕੀੜੀ ਵੀ ਤਰ ਸਕਦੀ ਉਹਨੂੰ। ਇਵੇਂ ਸੰਸਾਰ ਸਮੁੰਦਾ ਜਿਹਨੂੰ ਤਰਨਾ ਬਹੁਤ ਭਾਰੀ ਕਠਨ ਹੈ। ਜੇ ਕੋਈ ਗੁਰਮੁਖਾਂ ਦੀ ਸੰਗਤ ਮਿਲ ਜਾਵੇ ਤੇ ਸਾਧ ਸੰਗਤ ਜੀ ਸੰਸਾਰ ਸਮੁੰਦੇ ਨੂੰ ਤਰਿਆ ਜਾ ਸਕਦਾ। ਵਿਸ਼ਵਾਸ ਕਰੋ, ਗੁਰਮੁਖਾਂ ਦੀ ਸੰਗਤ ਸਾਨੂੰ ਉਹ ਕੁਝ ਵੀ ਦਿਵਾ ਦਿੰਦੀ ਹੈ ਜੋ ਸਾਡੇ ਨਸੀਬਾਂ ਵਿੱਚ ਨਹੀਂ ਹੁੰਦਾ, ਹੋਰ ਤਾਂ ਹੋਰ ਜੋ ਸਾਡੇ ਭਾਗਾਂ ਵਿੱਚ ਵੀ ਨਹੀਂ ਰਹਿੰਦਾ। ਜੇ ਕਿਤੇ ਗੁਰਮੁਖਾਂ ਦੀ ਸੰਗਤ ਮਿਲ ਜਾਵੇ ਤੇ ਆਪਣੀ ਕਮਾਈ ਦੇ ਵਿੱਚੋਂ ਸਾਧ ਸੰਗਤ ਜੀ ਤਿਨਕੀ ਬਰਕਤ ਖਾਹੇ ਅਸੰਖ ਕਰੋੜੇ, ਆਪਣੀ ਕਮਾਈ ਦੀ ਬਰਕਤ ਦੇ ਕੇ ਉਹ ਸਾਡੇ ਨਸੀਬਾਂ ਨੂੰ ਵੀ ਜਗਾ ਦਿੰਦੇ ਨੇ, ਐਸਾ ਵੀ ਹੁੰਦਾ ਹੈ। ਤੋ ਗਰੀਬ ਨਿਵਾਜ ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਹਰੀ ਗੁਰੂ ਪੂਰੇ ਨੂੰ ਆਰਾਧਿਆ ਹੈ, ਉਹ ਦਰਗਾਹ ਵਿੱਚ ਖਰੇ ਹਨ। ਜੀ ਸਰਬ ਸੁੱਖਾਂ ਨਿਧ ਚਰਨ ਹਾਰ, ਹਰੀ ਦੇ ਚਰਨ ਸੋ ਪਰਮੇਸ਼ਰ ਦਾ ਨਾਮ ਸੁੱਖਾਂ ਦਾ ਖਜ਼ਾਨਾ। ਜਿਨ੍ਹਾਂ ਨੇ ਇਸ ਨਾਮ ਨੂੰ ਜਪਿਆ ਗੁਰਮੁਖਾਂ ਦੀ ਸੰਗਤ ਕਰਕੇ, ਮਹਾਰਾਜ ਕਹਿੰਦੇ ਸੰਸਾਰ ਸਮੁੰਦੇ ਨੂੰ ਜੋ ਬੜਾ ਵਿਖਮ ਹੈ ਜਿਹਨੂੰ ਤਰਨਾ, ਇਹਨੂੰ ਤਰ ਗਏ, ਉਹ ਭਲਾ ਹੋ ਗਿਆ, ਉਧਾਰ ਹੋ ਗਿਆ। ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਹਿ ਜਰੇ। ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਨੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਨੂੰ ਪਾ ਲਿਆ। ਵਿਖਿਆ ਨਾਹੇ ਜਰੇ, ਉਹ ਵਿਖਿਆ ਜ਼ਹਿਰ ਵਿੱਚ ਸੜਦੇ ਨਹੀਂ ਹਨ। ਕੁਝ ਜ਼ਹਿਰ ਜਿਹੜੀ ਹੈ ਸਾਨੂੰ ਸਿਰਫ ਮਾਰਦੀ ਹੈ, ਤੇ ਕੁਝ ਜ਼ਹਿਰ ਜਿਹੜੀ ਹੈ ਸਾਨੂੰ ਸਾੜਦੀ ਵੀ ਹੈ। ਸਾੜਦੀ ਵੀ, ਜਿਵੇਂ ਅੱਜ ਕੱਲ੍ਹ ਜ਼ਹਿਰਾਂ ਆਉਂਦੀਆਂ ਨੇ, ਆਹ ਕੀਟਨਾਸ਼ਕ ਦਵਾਈਆਂ ਜਿਹੜੀਆਂ ਨੇ, ਕਿਤੇ ਸਰੀਰ ਦੇ ਕੋਈ ਮੁਲਾਇਮ ਕੋਮਲ ਅੰਗ ਤੇ ਲੱਗ ਜਾਵੇ ਤੇ ਉਹ ਸਾੜ ਕੇ ਰੱਖ ਦੇਵੇਗੀ, ਇੰਨੀ ਉਹ ਪ੍ਰਬਲ ਹੁੰਦੀ ਹੈ ਜ਼ਹਿਰ। ਇਵੇਂ ਜਿਹੜੇ ਵਿਸ਼ੇ ਵਿਕਾਰ ਨੇ ਸਾਧ ਸੰਗਤ ਜੀਓ, ਇਹ ਜ਼ਹਿਰ ਤੋਂ ਵੀ ਪ੍ਰਬਲ ਹਨ, ਜ਼ਹਿਰ ਤੋਂ ਵੀ। ਗ੍ਰੰਥਾਂ ਦਾ ਇੱਕ ਬਚਨ ਚੇਤੇ ਆ ਰਿਹਾ, ਬੜਾ ਰਹੱਸਮਈ ਲਿਖਿਆ, ਕਹਿੰਦੇ ਕਾਲ ਕੂਟ ਅਰ ਕ੍ਰੋਧ ਮੈਂ ਬੜੋ ਅੰਤਰੋ ਆਹੇ, ਕ੍ਰੋਧ ਨਜਾਸਰਾ ਕੋਦ ਹੈ, ਵਿਖ ਨਾ ਸੁਆਸਰਾ ਦਾ ਹੈ। ਉਹ ਕਹਿੰਦੇ ਜ਼ਹਿਰ ਵਿੱਚ ਤੇ ਔਗਣਾ ਵਿੱਚ ਬੜਾ ਫਰਕ ਹੈ। ਹੁਣ ਸਾਧ ਸੰਗਤ ਜੀਓ, ਕਿਸੇ ਸ਼ੀਸ਼ੀ ਵਿੱਚ, ਕਿਸੇ ਬੋਤਲ ਵਿੱਚ ਜ਼ਹਿਰ ਹੋਵੇ, ਅਸੀਂ ਦਵਾਈਆਂ ਲਿਆਉਂਦੇ ਹਾਂ ਕੀਟਨਾਸ਼ਕ, ਜਿਸ ਡੱਬੇ ਵਿੱਚ ਉਹ ਦਵਾ ਹੁੰਦੀ ਹੈ ਉਸ ਡੱਬੇ ਨੂੰ ਧੋ ਬਣਾ ਕੇ ਅਸੀਂ ਬਾਹਰ ਖੇਤਾਂ ਵਿੱਚ ਵਰਤ ਵੀ ਲੈਂਦੇ ਹਾਂ। ਉਹ ਸਾਡੇ ਕਈ ਪ੍ਰਕਾਰ ਦੇ ਕੰਮ ਆਉਂਦੀ ਹੈ, ਉਹ ਬੋਤਲ, ਉਹ ਡੱਬਾ, ਉਹ ਸ਼ੀਸ਼ੀ। ਜ਼ਹਿਰ ਭਾਵੇਂ ਪ੍ਰਬਲ ਹੈ ਪਰ ਉਹਨੇ ਡੱਬੇ ਨੂੰ ਨਹੀਂ ਸਾੜਿਆ, ਬੜੀ ਵੱਡੀ ਗੱਲ। ਕ੍ਰੋਧ ਨਜਾਸਰਾ ਕੋਦ ਹੈ, ਵਿਖ ਨਾ ਸਵਾਸਰਾ ਦਾਹੇ। ਉਹ ਸ਼ੀਸ਼ੀ ਡੱਬੇ ਨੂੰ ਸਾੜ ਕੇ ਸਵਾਹ ਨਹੀਂ ਕਰਦੀ, ਭਾਵੇਂ ਜਿੰਨੀ ਮਰਜ਼ੀ ਉਹ ਪ੍ਰਬਲ ਹੈ। ਪਰ ਔਗਣ ਜਿਹੜੇ ਨੇ ਇੰਨੇ ਪ੍ਰਬਲ ਨੇ ਕਿ ਜਿਹੜੇ ਹਿਰਦੇ ਵਿੱਚ ਪ੍ਰਵੇਸ਼ ਕਰ ਦਿੰਦੇ ਨੇ, ਹਿਰਦੇ ਨੂੰ ਸਾੜ ਕੇ ਰੱਖ ਦਿੰਦੇ ਨੇ। ਉਹ ਜ਼ਹਿਰ ਤੋਂ ਵੀ ਪ੍ਰਬਲ ਹੈ। ਔਰ ਵੱਡੀ ਗੱਲ, ਤੁਸੀਂ ਜ਼ਹਿਰ ਨੂੰ ਦੇਖ ਲਵੋ, ਤੁਹਾਨੂੰ ਜ਼ਹਿਰ ਨਹੀਂ ਚੜ੍ਹਦਾ। ਜ਼ਹਿਰ ਬਾਰੇ ਗੱਲ ਕਰ ਲਵੋ, ਜ਼ਹਿਰ ਨਹੀਂ ਚੜ੍ਹਦੀ। ਜ਼ਹਿਰ ਬਾਰੇ ਸੁਣ ਲਵੋ, ਜ਼ਹਿਰ ਨਹੀਂ ਚੜ੍ਹਦੀ। ਮੈਂ 3 ਵਾਰੀ ਜ਼ਹਿਰ 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 ਸ਼ਬਦ ਆਪਣੇ ਮੁਖ ਤੋਂ ਆਖਿਆ, ਨਾ ਮੇਰੇ ਤੇ ਜ਼ਹਿਰ ਦਾ ਅਸਰ ਹੋਇਆ, ਮਾਫ ਕਰਨਾ, ਨਾ ਸੁਣਨ ਵਾਲੇ ਤੇ ਅਸਰ ਹੋਇਆ। ਪਰ ਔਗਣ ਇੰਨੇ ਪ੍ਰਬਲ ਨੇ ਸਾਧ ਸੰਗਤ ਜੀ, ਇਹ ਸੁਣ ਕੇ ਵੀ ਅਸਰ ਕਰਦੇ। ਦੁਸ਼ਮਣ ਦਾ ਨਾਮ ਸੁਣ ਲਈਏ ਤੇ ਜ਼ਹਿਰ ਨਹੀਂ ਚੜ ਜਾਂਦੀ ਹੈ ਕਰੀ, ਦੁਸ਼ਮਣ ਨੂੰ ਦੇਖ ਲਈਏ ਤੇ ਜ਼ਹਿਰ ਨਹੀਂ ਚੜ ਜਾਂਦੀ, ਕੁਝ ਮੰਦਾ ਵੇਖ ਲਈਏ ਤੇ ਦਿਮਾਗ ਨੂੰ ਜ਼ਹਿਰ ਨਹੀਂ ਚੜ ਜਾਂਦੀ, ਉਹਦੇ ਤੋਂ ਵੀ ਪ੍ਰਬਲ ਹੈ। ਔਰ ਇਸੇ ਪ੍ਰਕਾਰ ਦੁਸ਼ਮਣ ਬਾਰੇ ਪੜ੍ਹ ਲਈਏ ਤੇ ਸਾਧ ਸੰਗਤ ਜੀ ਜ਼ਹਿਰ ਨਹੀਂ ਚੜ ਜਾਂਦੀ। ਇਹਦਾ ਨਾਮ ਅਖਬਾਰ 'ਚ ਕਿੱਥੋਂ ਆ ਗਿਆ? ਉਹ ਜਿਹੜੀ ਜ਼ਹਿਰ ਹੈ, ਭਾਵੇਂ ਜ਼ਹਿਰ ਹੈ, ਪਰ ਔਗਣ ਜਿਹੜੇ ਨੇ, ਜੀਵਨ ਦੀਆਂ ਖਾਮੀਆਂ ਤਰੁੱਟੀਆਂ ਜਿਹੜੀਆਂ ਨੇ, ਉਹ ਜ਼ਹਿਰ ਤੋਂ ਵੀ ਪ੍ਰਬਲ ਜ਼ਹਿਰ ਨੇ। ਇਸ ਕਰਕੇ ਮਹਾਰਾਜ ਕਹਿੰਦੇ ਵਿਖਿਆ ਨਾਹੀਂ ਜਰੇ। ਉਹ ਵਿਖਿਆ ਜਿਹੜੇ ਔਗਣ ਨੇ ਉਹਨਾਂ ਨੂੰ ਉਹ ਸਾੜਦੇ ਨਹੀਂ ਨੇ, ਉਹ ਸੜਦੇ ਨਹੀਂ ਹਨ ਗੁਰਮੁਖ, ਕਿਉਂਕਿ ਜ਼ਹਿਰ ਦਾ ਉਹਨਾਂ ਦੇ ਉੱਪਰ ਕੋਈ ਅਸਰ ਨਹੀਂ ਹੁੰਦਾ। ਬਾਹਰੀ ਤੌਰ ਤੇ ਜ਼ਹਿਰ ਸਾੜਦੀ ਨਹੀਂ, ਸਿਰਫ ਮਾਰਦੀ ਹੈ। ਤੇ ਅੰਤਰੀਵ ਜ਼ਹਿਰ ਜਿਹੜੀ ਹੈ ਸਾਨੂੰ ਮਾਰਦੀ ਤੇ ਹੈ, ਸਾਨੂੰ ਸਾੜਦੀ ਵੀ ਹੈ। ਇਹਦੇ ਤੋਂ ਬਚਿਆ ਜਾ ਸਕਦਾ ਪਰਮੇਸ਼ਰ ਦਾ ਨਾਮ ਜਪ ਕੇ, ਭਾਵ ਭਗਤੀ ਬੰਦਗੀ ਕਰਕੇ। ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਨੇ ਪ੍ਰੇਮਾ ਭਗਤੀ ਨੂੰ ਪਾ ਲਿਆ।
ਤੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਪਾ ਲਿਆ ਵਿਖਿਆ ਨਾ ਹੈ ਜਰੇ। ਜ਼ਹਿਰ ਜਿਹੜੀ ਉਹਨਾਂ ਨੂੰ ਸਾੜਦੀ ਨਹੀਂ, ਉਹ ਜ਼ਹਿਰ ਵਿੱਚ ਸੜੇ ਨਾ, ਮੁਕਤ ਹੋ ਗਏ, ਉਧਾਰ ਹੋ ਗਿਆ। ਕੂੜ ਗਏ ਦੁਬਿਧਾ ਨਸੇ ਪੂਰਨ ਸੱਚ ਪਰੇ। ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚੋਂ ਕੂੜ ਜੋ ਸੀ, ਝੂਠ ਜੋ ਸੀ, ਉਹ ਚਲੇ ਗਏ। ਕੂੜ ਖਤਮ ਹੋ ਗਿਆ, ਹੁਣ ਝੂਠ ਨਾ ਰਿਹਾ ਉਹਨਾਂ ਦੀ ਜ਼ੁਬਾਨ ਤੇ ਨਾ ਜੀਵਨ ਦੇ ਵਿੱਚ। ਤੇ ਦੁਬਿਧਾ ਨਸੀ, ਦੁਬਿਧਾ ਦਵੈਤ ਭਾਵਨਾ ਜੋ ਸੀ ਇਹ ਨਸੀ, ਨਸ ਗਈ, ਭੱਜ ਗਈ, ਦਵੈਤ ਭਾਵਨਾ ਖਤਮ ਹੋ ਗਈ। ਹੁਣ ਹਿਰਦੇ ਵਿੱਚ ਕੋਈ ਦਵੈਤ ਭਾਵਨਾ ਨਹੀਂ। ਪਹਿਲਾਂ ਦਵੈਤ ਵਾਲੇ ਸੀ ਅਸੀਂ, ਸਵੇਰੇ ਗੁਰੂ ਘਰੇ ਵੀ ਚਲ ਗਏ, ਇੱਧਰ ਉੱਧਰ ਜਾ ਕੇ ਟੱਲ ਵੀ ਖੜਕਾ ਲਏ, ਕੋਈ ਇੱਟਾਂ ਦਿਖੀਆਂ, ਕੋਈ ਰੁੱਖ ਮਨੁੱਖ ਦਿਖਿਆ, ਉੱਥੇ ਵੀ ਪੂਜਾ ਕਰ ਲਈ, ਇਸ ਤਰ੍ਹਾਂ ਦੀ ਬਿਰਤੀ ਸੀ। ਮਹਾਰਾਜ ਕਹਿੰਦੇ ਹੁਣ ਦੁਬਿਧਾ ਨਹੀਂ ਰਹੀ। ਐਸਾ ਕੋਈ ਜੇ ਦੁਬਿਧਾ ਮਾਰ ਗਵਾਵੈ, ਇਸੇ ਮਾਰ ਰਾਜ ਜੋਗ ਕਮਾਵੈ। ਮਹਾਰਾਜ ਕਹਿੰਦੇ ਕੌਣ ਹੈ ਐਸਾ ਜੋ ਦੁਬਿਧਾ ਨੂੰ ਮਾਰ ਕੇ ਗਵਾ ਦੇਵੇ ਤੇ ਇਸੇ ਮਾਰ ਰਾਜ ਜੋਗ ਕਮਾਵੈ। ਜੋ ਦੁਬਿਧਾ ਨੂੰ ਮਾਰ ਦਿੰਦਾ ਉਹ ਸਹੀ ਅਰਥਾਂ ਵਿੱਚ ਰਾਜਾ ਜੋਗੀ ਹੈ। ਉਹ ਸਹੀ ਅਰਥਾਂ ਵਿੱਚ ਸਾਧ ਸੰਗਤ ਜੀ ਜੋਗੀ ਹੋ ਕੇ ਰਾਜਾ ਤੇ ਰਾਜਾ ਹੋ ਕੇ ਜੋਗੀ ਹੈ, ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਹੈ। ਤੋ ਗਰੀਬ ਨਿਵਾਜ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਦੀ ਦੁਬਿਧਾ ਨਸ ਗਈ। ਹੁਣ ਇੱਕ ਉੱਪਰ ਉਹਨਾਂ ਨੂੰ ਤਵੱਕਾ, ਇੱਕ ਉੱਪਰ ਵਿਸ਼ਵਾਸ ਹੈ, ਇੱਕ ਮਾਲਕ ਤੇ ਭਰੋਸਾ। ਮਾਲਕ ਤੋਂ ਬਿਨਾਂ ਕਿਸੇ ਉੱਪਰ ਭਰੋਸਾ ਨਹੀਂ। ਔਰ ਇਸੇ ਪ੍ਰਕਾਰ ਪੂਰਨ ਸੱਚ ਭਰੇ, ਉਹ ਪੂਰਨ ਹੋ ਗਏ, ਸੱਚ ਦੇ ਨਾਲ ਭਰੇ ਗਏ। ਹੁਣ ਉਹ ਉਛਲਦੇ ਨਹੀਂ। ਕਹੋ ਕਬੀਰ ਸ਼ੂਸ਼ਾ ਘਟ ਬੋਲੇ, ਸ਼ੂਸ਼ਾ ਘਟ ਡੋਲੇ ਭਰਿਆ। ਕਹੋ ਕਬੀਰ ਸ਼ੂਸ਼ਾ ਘਟ ਬੋਲੇ, ਭਰਿਆ ਹੋਏ ਸੋ ਕਬਹੂ ਨਾ ਡੋਲੇ। ਸ਼ੂਸ਼ਾ ਘੜਾ ਜਿਹੜਾ ਉਹੀ ਬੋਲਦਾ ਹੈ ਤੇ ਭਰਿਆ ਹੋਏ ਸੋ ਕਬਹੂ ਨਾ ਡੋਲੇ। ਜੋ ਭਰਿਆ ਹੋਇਆ ਹੋਵੇ ਉਹ ਕਦੇ ਡੋਲਦਾ ਨਹੀਂ, ਉਹ ਕਦੇ ਡਗ ਮਗਾਉਂਦਾ ਨਹੀਂ, ਉਹ ਅਸਥਿਤ ਹੋ ਜਾਂਦਾ, ਉਹ ਟਿਕ ਜਾਂਦਾ, ਉਹ ਟਿਕਾਓ ਵਿੱਚ ਆ ਜਾਂਦਾ। ਇਸੇ ਪ੍ਰਕਾਰ ਉਹ ਗੁਰਮੁਖ ਜਿਹੜੇ ਨੇ ਉਹਨਾਂ ਦੇ ਹਿਰਦੇ ਵਿੱਚ ਟਿਕਾ। ਸਮੁੰਦਰ ਜੋ ਹੈ ਉੱਪਰੋਂ ਉੱਪਰੋਂ ਉਛਲਦਾ ਹੈ, ਅੰਦਰੋਂ ਬਹੁਤ ਗਹਿਰਾ ਤੇ ਬਹੁਤ ਜ਼ਿਆਦਾ ਟਿਕਿਆ। ਸਾਧ ਸੰਗਤ ਜੀ ਐਸਾ ਵਿਗਿਆਨੀ ਦੱਸਦੇ ਹਨ। ਮਨੁੱਖ ਵੀ ਉਦੋਂ ਹੀ ਉਛਲਦਾ ਹਉਮੈ ਆਦਿਕ, ਹੰਕਾਰ ਆਦਿਕ, ਕ੍ਰੋਧ ਆਦਿਕ ਦੇ ਵਿੱਚ ਜਦੋਂ ਇਹਦੇ ਅੰਦਰ ਗਹਿਰਾਈ ਨਹੀਂ ਹੁੰਦੀ। ਜਦੋਂ ਇਹ ਗਹਿਰਾਈ ਵਿੱਚ ਚਲਾ ਜਾਂਦਾ ਸਾਧ ਸੰਗਤ ਜੀ ਇਹ ਬਿਲਕੁਲ ਨਹੀਂ ਉਛਲਦਾ। ਇਹਨੂੰ ਭਾਵੇਂ ਕੋਈ ਜਿੰਨਾ ਮਰਜ਼ੀ ਬੁਰਾ ਭਲਾ ਕਹਿ ਦਵੇ, ਸਾਧ ਸੰਗਤ ਜੀ ਇਹਦੇ ਅੰਦਰ ਟਕਾ ਹੀ ਰਹਿੰਦਾ ਹੈ। ਇਹ ਉਹਦੇ ਸਾਧ ਸੰਗਤ ਜੀ ਸ਼ੁਭ ਗੁਣਾਂ ਦੀ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਉਹ ਗੁਰਮੁਖ ਪੂਰਨ ਹੋ ਗਏ ਤੇ ਸੱਚ ਦੇ ਨਾਲ ਭਰ ਗਏ ਹਨ। ਤੋ ਗਰੀਬ ਨਿਵਾਜ ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਦੁਬਿਧਾ ਨਸ ਗਈ ਜੀ। ਕੂੜ ਉਹਨਾਂ ਦੇ ਹਿਰਦੇ ਵਿੱਚੋਂ ਚਲਾ ਗਿਆ, ਨਾ ਕੂੜ ਹੈ ਨਾ ਦੁਬਿਧਾ, ਔਰ ਪੂਰਨ ਹੋ ਗਏ, ਉਹ ਭਰ ਗਏ ਸੱਚ ਦੇ ਨਾਲ। ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ। ਮਹਾਰਾਜ ਕਹਿੰਦੇ ਪਰਾ ਰੂਪ ਬ੍ਰਹਮ ਵਾਹਿਗੁਰੂ ਜੀ ਨੂੰ ਉਹ ਗੁਰਮੁਖ ਸੇਵਦੇ ਹਨ ਤੇ ਮਨ ਅੰਦਰ ਏਕ ਧਰੇ, ਆਪਣੇ ਮਨ ਦੇ ਅੰਦਰ ਇੱਕ ਵਾਹਿਗੁਰੂ ਜੀ ਨੂੰ ਵਸਾਉਂਦੇ। ਸੇਵਾ ਹੱਥਾਂ ਦੇ ਨਾਲ ਮਾਲਕ ਦੀ ਤੇ ਹਿਰਦੇ ਵਿੱਚ ਮਾਲਕ ਨੂੰ ਵਸਾਉਂਦੇ, ਪਰਮੇਸ਼ਰ ਨੂੰ ਵਸਾਉਂਦੇ। ਸੇਵਾ ਵੀ ਉਹਦੀ ਤੇ ਸਿਮਰਨ ਵੀ ਉਹਦਾ ਭਾਈ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਜੇ ਨਮਸਕਾਰ ਕਰਨੀ ਤੇ ਮਾਲਕ ਨੂੰ, ਜੇ ਗੁਣ ਗਾਉਣੇ ਤੇ ਉਹਦੇ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ। ਦੂਜੀ ਸੇਵਾ ਤੇ ਹਰ ਕੀ ਸੇਵਾ ਤੇ ਮਨੋ ਚੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਧ ਸੰਗਤ ਜੀ ਗੋਜਰੀ ਰਾਗ ਦੇ ਵਿੱਚ ਬਚਨ ਹਨ। ਮਹਾਰਾਜ ਕਹਿੰਦੇ ਮਾਲਕ ਦੀ ਸੇਵਾ ਕਰੋ, ਕਿਸੇ ਹੋਰ ਦੀ ਸੇਵਾ ਨਾ ਕਰੋ। ਮਾਲਕ ਦੀ ਸੇਵਾ ਕਰੋਗੇ ਤੇ ਸਭ ਕੁਝ ਮਿਲ ਜਾਵੇਗਾ, ਦੂਜੀ ਸੇਵਾ ਕਰੋਗੇ ਤੇ ਜਨਮ ਜੀਵਨ ਜਿਹੜਾ ਵਿਅਰਥ ਫਜ਼ੂਲ ਚਲਾ ਜਾਵੇਗਾ, ਅਜਾਈਂ ਚਲਿਆ ਜਾਵੇਗਾ। ਤੋ ਗਰੀਬ ਨਿਵਾਜ ਮਹਾਰਾਜ ਸਤਿਗੁਰੂ ਫਰਮਾਉਂਦੇ ਨੇ, ਹਾਂ ਭਾਈ ਉਹਨਾਂ ਨੇ ਜੇ ਸੇਵਾ ਕੀਤੀ ਤਾਂ ਮਾਲਕ ਦੀ ਕੀਤੀ, ਜੇ ਸਿਮਰਨ ਕੀਤਾ ਤੇ ਮਾਲਕ ਦਾ ਕੀਤਾ। ਉਹਨਾਂ ਨੇ ਮਨ ਵਿੱਚ ਇੱਕ ਪਰਮਾਤਮਾ ਨੂੰ ਵਸਾਇਆ ਤੇ ਸੇਵਾ ਕੀਤੀ ਤਾਂ ਮਾਲਕ ਦੀ ਕੀਤੀ। ਜਿਵੇਂ ਭਾਈ ਮੰਝ ਜੀ ਸਾਹਿਬ ਹੋਏ ਨੇ। ਭਾਈ ਮੰਝ ਜੀ ਸਾਹਿਬ ਜੀ ਦਾ ਨਾਮ ਭਾਈ ਤੀਰਥਾ ਸੀ, ਦੁਆਬੇ ਦੇ ਰਹਿਣ ਵਾਲੇ ਸਨ। ਮੰਝ ਇਹਨਾਂ ਦਾ ਗੋਤ ਸੀ, ਉਹਦੇ ਕਰਕੇ ਸਾਧ ਸੰਗਤ ਜੀ ਨਾਮ ਇਹਨਾਂ ਦਾ ਮੰਝ ਪ੍ਰਸਿੱਧ ਹੋਇਆ। ਤੇ ਸਤਿਗੁਰੂ ਜੀ ਮਹਾਰਾਜ ਜੀ ਨੇ ਵੀ ਇਸੇ ਨਾਮ ਦੇ ਨਾਲ ਇਸ ਮਹਾਂਪੁਰਖ ਗੁਰਸਿੱਖ ਨੂੰ ਸਾਧ ਸੰਗਤ ਜੀ ਨਿਵਾਜਿਆ ਸੀ। ਭਾਈ ਮੰਝ ਜੀ ਸਾਹਿਬ ਸਖੀ ਸਰਵਰ, ਜਿਹਨੂੰ ਲੱਖ ਦਾਦਾ ਕਹਿੰਦੇ ਨੇ, ਉਹਦੇ ਉਪਾਸ਼ਕ ਸਨ। ਐਸਾ ਲਿਖਿਆ ਹੋਇਆ। ਮਹਾਰਾਜ ਦੇ ਪਾਸ ਆਏ, ਗਰੀਬ ਨਿਵਾਜ ਮਹਾਰਾਜ ਦੇ ਕੋਲੋਂ ਸਿੱਖੀ ਮੰਗੀ ਤੇ ਮਹਾਰਾਜ ਨੇ ਕਿਹਾ ਭਾਈ ਸਿੱਖੀ ਬੜੀ ਮਹਿੰਗੀ ਹੈ, ਇਹਦੇ ਵਾਸਤੇ ਸਾਰਾ ਕੁਝ ਨਿਸ਼ਾਵਰ ਕਰਨਾ ਪੈ ਸਕਦਾ। ਇਹ ਤਾਂ ਵਾਲ ਤੋਂ ਨਿੱਖੀ ਤੇ ਖੰਡੇ ਤੋਂ ਤਿੱਖੀ, ਇਹਦੇ ਤੇ ਚੱਲਣਾ ਬਹੁਤ ਔਖਾ ਹੈ।
ਮਹਾਰਾਜ ਮੈਂ ਤਿਆਰ ਹਾਂ। ਸਤਿਗੁਰੂ ਕਹਿੰਦੇ ਬੜਾ ਕਠਿਨ ਹੈ, ਗੱਲ ਨਹੀਂ ਬਣਨੀ। ਨਹੀਂ ਮਹਾਰਾਜ ਤੁਹਾਡੀ ਬਖਸ਼ਿਸ਼ ਹੋਵੇ। ਫਿਰ ਮਹਾਰਾਜ ਕਹਿੰਦੇ ਠੀਕ ਹੈ, ਜੇ ਸਾਡੀ ਸਿੱਖੀ ਧਾਰਨ ਕਰਨੀ ਹੈ ਤੇ ਸਭ ਤੋਂ ਪਹਿਲਾਂ ਉਹਦੀ ਜੋ ਤੈਂ ਕਬਰ ਬਣਾਈ ਹੋਈ ਸਖੀ ਸਰਵਰ ਦੀ ਲੱਖ ਦਾਤੇ ਦੀ, ਪੀਰ ਦੀ ਕਬਰ ਬਣਾਈ ਹੋਈ, ਉਹਨੂੰ ਢਾ ਦੇ, ਦੇਖ ਲੈਨੇ ਤੂੰ ਪਰਖ ਵਿੱਚ ਪਾਸ ਹੁੰਦਾ ਕਿ ਨਹੀਂ ਹੁੰਦਾ। ਇਹਨੇ ਕਬਰ ਢਾਈ। ਭਾਈ ਮੰਝ ਸਾਧ ਸੰਗਤ ਜੀ ਚੌਧਰੀ ਸੀ ਇਲਾਕੇ ਦਾ। ਕਈਏ ਦੇ ਕੋਲ ਗਾਵਾਂ ਮੱਝਾਂ ਹਾਥੀ ਘੋੜੇ ਉੱਠ ਸਨ। ਮਹੱਲ ਸੀ ਇਹਦਾ, ਵੱਡੀ ਭਾਰੀ ਜ਼ਮੀਨ ਜਾਇਦਾਦ ਦਾ ਮਾਲਕ ਸੀ। ਕਈ ਪਿੰਡਾਂ ਦੀ ਮਲਕੀਅਤ ਸੀ ਇਹਦੇ ਨਾਮ ਦੇ। ਜਦੋਂ ਸਖੀ ਸਰਵਰ ਦੀ ਨੇ ਕਬਰ ਢਾਈ, ਸਚਾਈ ਹੈ ਸਾਧ ਸੰਗਤ ਜੀ, ਉਹਨੇ ਆਪਣੀ ਦਿਖਾਈ ਕਰਤੂਤ ਭਾਈ ਮੰਝ ਜੀ ਸਾਹਿਬ ਜੀ ਦੇ ਉੱਪਰ। ਇਸ ਤਰ੍ਹਾਂ ਹੀ ਕਰਦੇ ਨੇ ਪੀਰ ਫਕੀਰ। ਇਹ ਸਚਾਈ ਹੈ। ਜਿਹੜੇ ਇਹਨਾਂ ਦੇ ਚੁੰਗਲ 'ਚ ਫਸੇ ਨੇ ਉਹਨਾਂ ਨੂੰ ਪਤਾ ਹੋਵੇਗਾ। ਇੱਕ ਵਾਰੀ ਕੋਈ ਬੰਦਾ ਇਹਨਾਂ ਦੀ ਕਬਰ ਤੇ ਨਾ ਜਾਵੇ, ਤੇਲ ਨਾ ਪਾਵੇ, ਪਤਾ ਨਹੀਂ ਕੀ ਖੁਸ਼ਕੀ ਹੋ ਜਾਂਦੀ ਇਹਨਾਂ ਨੂੰ। ਫਿਰ ਇਹ ਦੁੱਖ ਦਿੰਦੇ ਹਨ। ਇਹ ਸਚਾਈ ਹੈ। ਤਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਾਣ ਨੇ ਗੁਰਸਿੱਖ ਨੂੰ ਗੋਰ ਮੜੀ ਮੱਟ ਭੂਲ ਨਾ ਮਾਨੇ ਦਾ ਬਚਨ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਆਖਿਆ ਕਿ ਗੋਰਾਂ ਮੜੀਆਂ ਮੱਠਾਂ ਨੂੰ ਮੇਰਾ ਸਿੱਖ ਭੁੱਲ ਕੇ ਵੀ ਨਾ ਮੰਨੇ। ਇੱਕ ਵਾਰੀ ਕੋਈ ਇਹਨਾਂ ਦੇ ਚੁੰਗਲ ਵਿੱਚ ਫਸ ਜਾਵੇ ਤੇ ਦੁਬਾਰਾ ਨਿਕਲਣਾ ਔਖਾ ਹੋ ਜਾਂਦਾ। ਵੈਸੇ ਨਾਮੁਮਕਿਨ ਨਹੀਂ ਹੈ, ਔਖਾ। ਭਾਈ ਮੰਝ ਜੀ ਸਾਹਿਬ ਜੀ ਦਾ ਸਾਰਾ ਕੁਝ ਸਾਧ ਸੰਗਤ ਜੀ ਖਤਮ ਹੋ ਗਿਆ, ਐਸਾ ਲਿਖਿਆ ਹੋਇਆ। ਮਹਾਰਾਜ ਨੇ ਵੀ ਪਰਖ ਕੀਤੀ ਭਾਈ ਮੰਝ ਜੀ ਸਾਹਿਬ ਜੀ ਦੀ। ਇਹ ਵੀ ਲਿਖਿਆ ਹੋਇਆ ਮਹਾਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਕਿ ਭਾਈ ਮੰਝ ਸਾਧ ਸੰਗਤ ਜੀ ਝੌਂਪੜੀ ਪਾ ਕੇ ਰਹਿੰਦਾ ਸੀ। ਕਿੱਥੇ ਇਲਾਕੇ ਦਾ ਚੌਧਰੀ ਤੇ ਕਿੱਥੇ ਘਾਹ ਵੇਚ ਕੇ ਭਾਈ ਮੰਝ ਗੁਜ਼ਾਰਾ ਕਰਦਾ ਸੀ। ਸਾਧ ਸੰਗਤ ਜੀ ਘਾਹ ਵੇਚ ਕੇ ਇੰਨੀ ਭਾਰੀ ਪਰਖ ਕੀਤੀ, ਸੋ ਆਪਣਾ ਆਪਾ ਸਾਰਾ ਕੁਝ ਵੇਚਣ ਵਾਸਤੇ ਤਿਆਰ ਹੋ ਗਏ ਸਨ ਭਾਈ ਮੰਝ ਜੀ ਸਾਹਿਬ। ਮਹਾਰਾਜ ਦੇ ਦਰਬਾਰ ਵਿੱਚ ਆਏ। ਇੰਨੀ ਭਾਰੀ ਪਰਖ ਸਾਧ ਸੰਗਤ ਜੀ ਗਰੀਬ ਨਿਵਾਜ ਮਾਨ ਨੇ ਸਿੱਖੀ ਵਿੱਚ ਕਦੇ ਸ਼ਾਇਦ ਕੀਤੀ ਹੋਵੇ। ਗਰੀਬ ਨਿਵਾਜ ਮਹਾਰਾਜ ਨੇ ਜਦੋਂ ਪਰਖ ਕੇ ਭਾਈ ਮੰਝ ਜੀ ਸਾਹਿਬ ਜੀ ਨੂੰ, ਜਿੱਥੇ ਭਾਈ ਮੰਝ ਜੀ ਸਾਹਿਬ ਜੀ ਦਾ ਖੂਹ ਹੈ, ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਸਥਲ ਉੱਪਰ ਖੂਹ ਭਾਈ ਮੰਝ ਜੀ ਦਾ ਸਥਾਨ ਗੁਰਦੁਆਰਾ ਸਾਹਿਬ ਸਜਿਆ ਹੋਇਆ। ਸਾਧ ਸੰਗਤ ਜੀ ਮਹਾਰਾਜ ਜੀ ਨੇ ਗਲ ਦੇ ਨਾਂ ਲਾਇਆ ਤੇ ਬਚਨ ਕਹੇ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਕਿ ਭਾਈ ਮੰਝ ਗੁਰੂ ਨੂੰ ਪਿਆਰਾ ਤੇ ਗੁਰੂ ਮੰਝ ਨੂੰ ਪਿਆਰਾ ਹੈ। ਮੈਂ ਤੈਨੂੰ ਪਿਆਰ ਕਰਦਾ, ਤੂੰ ਮੈਨੂੰ। ਤੇ ਭਾਈ ਮੰਝ ਗੁਰੂ ਕਾ ਬੋਹਿ ਥਾ ਹੈ, ਗੁਰੂ ਕਾ ਜਹਾਜ਼ ਹੈ, ਗੁਰੂ ਤਾਂ ਜਹਾਜ਼ ਹੈ, ਭਾਈ ਮੰਝ ਵੀ ਜਹਾਜ਼ ਹੈ। ਇਹ ਬਚਨ ਦੇ ਕੇ ਮਹਾਰਾਜ ਨੇ ਨਿਵਾਜਿਆ। ਤੇ ਉਸ ਵੇਲੇ ਭਾਈ ਮੰਝ ਜੀ ਸਾਹਿਬ ਜੀ ਨੂੰ ਮਹਾਰਾਜ ਨੇ ਕਿਹਾ ਭਾਈ ਮੰਝ ਮੰਗ ਲੈ ਜੋ ਮੰਗਣਾ। ਤੇ ਸਾਧ ਸੰਗਤ ਜੀ ਭਾਈ ਮੰਝ ਜੀ ਸਾਹਿਬ ਸਰਬੱਤ ਦਾ ਭਲਾ ਮੰਗਣ ਵਾਲੇ। ਬਚਨ ਆਖਿਆ ਮਹਾਰਾਜ ਜੇ ਤਰੁੱਠ ਗਏ ਹੋ ਨਾ, ਜਿੰਨੀ ਪਰਖ ਮੇਰੀ ਕੀਤੀ ਕਲਯੁਗ ਦੇ ਵਿੱਚ ਕਿਸੇ ਸਿੱਖ ਦੀ ਇੰਨੀ ਪਰਖ ਨਾ ਕਰਿਓ। ਇਹ ਬਚਨ ਆਖਿਆ। ਮਹਾਰਾਜ ਕਹਿੰਦੇ ਸਤ ਬਚਨ ਨਹੀਂ ਐਸੀ ਪਰਖ ਹੋਵੇਗੀ। ਮਹਾਰਾਜ ਨੇ ਮੁਸਕਰਾ ਕੇ ਥੋੜੀ ਬਹੁਤੀ ਪਰਖ ਅਸੀਂ ਜ਼ਰੂਰ ਕਰਾਂਗੇ। ਇਹ ਗੁਰੂ ਨਾਨਕ ਦੇ ਘਰ ਦੀ ਰਵਾਇਤ ਹੈ, ਧੁਰ ਦੀ ਬਾਣ ਹੈ। ਤੇ ਪਰ ਤੁਹਾਡੇ ਜਿੰਨੀ ਪਰਖ ਨਹੀਂ ਕਰਦੇ। ਹਰੇਕ ਸਿੱਖ ਨੂੰ ਸਿਦਕ ਵਾਲੇ ਨੂੰ ਭਾਈ ਮੰਝ ਦਾ ਸ਼ੁਕਰਾਨਾ ਕਰਨਾ ਚਾਹੀਦਾ ਤੇ ਭਾਈ ਮੰਝ ਜੀ ਸਾਹਿਬ ਜੀ ਦੇ ਸਥਾਨ ਤੇ ਜਾਣਾ ਚਾਹੀਦਾ। ਸਾਧ ਸੰਗਤ ਜੀ ਜਿਨ੍ਹਾਂ ਨੇ ਸਾਨੂੰ ਸਾਡੀਆਂ ਪਰਖਾਂ ਤੋਂ ਵਰਜ ਦਿੱਤਾ ਨੇ ਤੇ ਮਾਫ ਕਰਨਾ, ਅਸੀਂ ਕਦੇ ਪਾਸ ਹੀ ਨਾ ਹੋ ਪਾਉਂਦੇ, ਕਦੇ ਵੀ ਪਾਸ ਨਾ ਹੋ ਪਾਉਂਦੇ, ਭਾਵੇਂ ਜਿੰਨੇ ਮਰਜ਼ੀ ਅਸੀਂ ਯਤਨ ਕਰ ਲੈਂਦੇ। ਤੋ ਗਰੀਬ ਨਿਵਾਜ ਮਹਾਰਾਜ ਸਤਿਗੁਰੂ ਫਰਮਾਉਂਦੇ ਨੇ ਉਹ ਗੁਰਮੁਖ ਐਸੀ ਪਰਖ ਵਿੱਚ ਪਾਸ ਹੁੰਦੇ ਨੇ, ਫਿਰ ਉਹ ਇੱਕ ਦੇ ਹੋ ਜਾਂਦੇ ਨੇ। ਉਹਨਾਂ ਦੇ ਜੀਵਨ ਵਿੱਚ ਕੋਈ ਦੁਬਿਧਾ ਨਹੀਂ ਰਹਿੰਦੀ ਹੈ ਭਾਈ, ਔਰ ਭਰ ਜਾਂਦਾ ਉਹਨਾਂ ਦਾ ਪੂਰਾ ਜੀਵਨ ਸੱਚ ਦੇ ਨਾਲ। ਪ੍ਰੇਮ ਭਗਤ ਕੂੜ ਗਏ ਦੁਬਿਧਾ ਨਸੀ, ਪੂਰਨ ਸੱਚ ਭਰੇ, ਪਾਰ ਬ੍ਰਹਮ ਪ੍ਰਭ ਸੇਵੇ ਦੇ ਮਨ ਅੰਦਰ ਏਕ ਧਰੇ। ਉਹ ਸੇਵਾ ਕਰਦੇ ਤੇ ਮਾਲਕ ਦੀ, ਮਨ ਵਿੱਚ ਵਸਾਉਂਦੇ ਤੇ ਮਾਲਕ ਨੂੰ। ਮਾਲਕ ਤੋਂ ਬਿਨਾਂ ਸਾਧ ਸੰਗਤ ਜੀ ਕਿਸੇ ਵੀ ਵਸਤੂ ਨੂੰ ਆਪਣੇ ਜਿਹਨ ਦਾ ਉਹ ਹਿੱਸਾ ਨਹੀਂ ਬਣਨ ਦਿੰਦੇ। ਜੋ ਸਾਡੀਆਂ ਯਾਦਾਂ ਦਾ ਹਿੱਸਾ ਬਣਦਾ ਹੈ ਉਹੋ ਹੀ ਜਨਮ ਅਸੀਂ ਫਿਰ ਅਗਲਾ ਲੈਂਦੇ ਹਾਂ। ਜਿਤ ਲਾਗੋ ਮਨ ਬਾਸ਼ਨਾ ਅੰਤ ਸਾਈ ਪ੍ਰਗਟਾਨੀ, ਉਹ ਬਾਸ਼ਨਾ ਫਿਰ ਅਖੀਰ ਨੂੰ ਅੰਤ ਨੂੰ ਪ੍ਰਗਟ ਹੁੰਦੀ। ਇਸ ਕਰਕੇ ਜੇ ਸੇਵਾ ਕਰਦੇ ਤਾਂ ਮਾਲਕ ਦੀ ਕਰਦੇ ਹਾਂ, ਤੇ ਜੇ ਮਨ ਵਿੱਚ ਵਸਾਉਂਦੇ ਤਾਂ ਮਾਲਕ ਨੂੰ ਵਸਾਉਂਦੇ। ਮਾਲਕ ਤੋਂ ਬਿਨਾਂ ਆਪਣੇ ਮਨ ਨੂੰ ਕਿਸੇ ਹੋਰ ਵਸਤੂ ਨੂੰ ਆਪਣੇ ਮਨ ਦਾ ਹਿੱਸਾ ਨਹੀਂ ਬਣਨ ਦਿੰਦੇ ਉਹ ਗੁਰਮੁਖ। ਮਾਹ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ। ਗਰੀਬ ਨਿਵਾਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਹਾ ਮਾਝ ਨਾਮੇ ਬਾਣੀ, ਇਹਦਾ ਅਖੀਰ ਵਿੱਚ ਮਹਾਰਾਜ ਨਿਚੋੜ ਕੱਢਦੇ। ਮਹਾਰਾਜ ਕਹਿੰਦੇ ਮਾਹ ਮਤਲਬ ਮਹੀਨੇ, ਦਿਵਸ ਦਿਨ, ਮੂਰਤ 2 ਘੜੀਆਂ, ਔਰ ਭਲੇ ਮਹਾਰਾਜ ਕਹਿੰਦੇ ਚੰਗੇ ਹਨ ਜਿਸ ਕੋ ਨਦਰ ਕਰੇ। ਜਿਹਦੇ ਉੱਪਰ ਮਾਲਕ ਨਦਰ ਕਰ ਦਿੰਦਾ ਉਹਦਾ ਮਹੀਨਾ, ਉਹਦਾ ਦਿਨ, ਉਹਦੀ ਇੱਕ ਘੜੀ ਜਿਹੜੀ ਹੈ ਉਹ ਸਫਲ ਹੈ। ਔਰ ਇਹ ਦਿਨ ਅਤੇ ਮਹੂਰਤ ਔਰ ਮਹੀਨੇ ਜਿਹੜੇ ਨੇ ਮਹਾਰਾਜ ਕਹਿੰਦੇ ਭਲੇ ਨੇ।
ਭਲੇ ਤਾਂ ਨੇ ਜੇ ਮਾਲਕ ਸਾਡੇ ਤੇ ਨਦਰ ਕਰ ਦਵੇ। ਸਾਰੁੱਤ ਸੁਹਾਵੀ ਜਿਤ ਤੁਧ ਸੰਭਾਲੀ, ਉਹ ਰੁੱਤ ਚੰਗੀ ਸ਼ੋਭਨੀਕ ਹੈ ਜਿਸ ਰੁੱਤ ਵਿੱਚ ਅਸੀਂ ਮਾਲਕ ਨੂੰ ਚੇਤੇ ਕਰਦੇ ਹਾਂ। ਉਹ ਦਿਨ ਸਾਧ ਸੰਗਤ ਜੀ ਭਾਵੇਂ ਛਨਿੱਛਰਵਾਰ ਵੀ ਕਿਉਂ ਨਾ ਹੋਵੇ, ਜੇ ਅਸੀਂ ਨਿਤਨੇਮ ਕਰਦੇ ਹਾਂ, ਭਾਵ ਭਗਤੀ ਬੰਦਗੀ ਕਰਦੇ ਹਾਂ, ਤੇ ਉਹ ਦਿਨ ਸਾਡੇ ਲਈ ਪ੍ਰਵਾਨਦੀਕ ਹੈ। ਤੇ ਜੇ ਸਾਧ ਸੰਗਤ ਜੀ ਜਿਹੜੇ ਦਿਨ ਅਸੀਂ ਨਿਤਨੇਮ ਨਹੀਂ ਕੀਤਾ, ਭਾਵੇਂ ਬੁੱਧ ਕੰਮ ਸੁੱਧ ਵੀ ਕਿਉਂ ਨਾ ਹੋਵੇ, ਉਹ ਦਿਨ ਸਾਡੇ ਲਈ ਮੰਦਾ। ਵੈਸੇ ਕੋਈ ਦਿਨ ਮੰਦਾ ਨਹੀਂ ਹੁੰਦਾ। ਗੁਰਮਤਿ ਦਾ ਨਜ਼ਰੀਆ ਮਹਾਰਾਜ ਨੇ ਐਸਾ ਹੀ ਫਰਮਾਇਆ। ਸਾਧ ਸੰਗਤ ਜੀਓ, ਅਸੀਂ ਬਚਪਨ ਵਿੱਚ ਸੀ ਜਦੋਂ, ਤੇ ਰੇਤਾ ਮਿੱਟੀ ਦੇ ਵਿੱਚ ਪੈਰ ਫਸਾ ਕੇ ਖੇਡਣ ਦੇ ਵਾਸਤੇ ਘਰ ਬਣਾਉਂਦੇ ਸੀ। ਅਸੀਂ ਬਚਪਨ ਵਿੱਚ ਘਰ ਬਣਾਇਆ ਤੇ ਕੋਈ ਆਦਮੀ ਆਣ ਕੇ ਕਹੇ ਕਿ ਸਾਡਾ ਘਰ ਗੰਦਾ, ਚੰਗਾ ਨਹੀਂ, ਤੇ ਬੱਚਿਆਂ ਨੂੰ ਦੁੱਖ ਲੱਗਦਾ ਕਿ ਮੇਰੇ ਘਰ ਨੂੰ ਗੰਦਾ ਕਹਿਣ ਵਾਲਾ ਇਹ ਕੌਣ ਹੁੰਦਾ। ਭਾਵੇਂ ਉਸ ਬੱਚੇ ਨੇ ਖੇਡਣ ਵਾਸਤੇ ਘਰ ਬਣਾਇਆ ਤੇ ਆਪ ਵੀ ਉਹਨੇ ਢਾਹ ਕੇ ਚਲਾ ਜਾਣਾ, ਆਪ ਹੀ ਖਰਾਬ ਕਰਕੇ ਉਹਨੂੰ ਚਲਾ ਜਾਣਾ ਜਦੋਂ ਉਹਨੇ ਸ਼ਾਮ ਨੂੰ ਘਰੇ ਜਾਣਾ। ਪਰ ਉਹਦੇ ਘਰ ਨੂੰ ਕੋਈ ਬੁਰਾ ਆਖੇ, ਬੱਚੇ ਨੂੰ ਅੱਛਾ ਨਹੀਂ ਲੱਗਦਾ, ਬੁਰਾ ਲੱਗਦਾ ਕਿ ਮੇਰੇ ਘਰ ਨੂੰ ਇਹਨੇ ਮੰਦਾ ਕਿਉਂ ਆਖਿਆ। ਮਾਲਕ ਨੇ ਦਿਨ ਬਣਾਏ, ਮਾਲਕ ਨੇ ਮਹੀਨੇ ਬਣਾਏ, ਮਾਲਕ ਨੇ ਥਿੱਤਾਂ ਬਣਾਈਆਂ। ਇਹਨਾਂ ਨੂੰ ਬੁਰਾ ਕਹਿਣ ਵਾਲੇ ਕੀ ਮਾਲਕ ਦੀ ਖੁਸ਼ੀ ਦਾ ਪਾਤਰ ਨੇ? ਨਹੀਂ ਭਾਈ, ਦਿਨ ਕੋਈ ਨਹੀਂ ਮਾੜਾ, ਕੋਈ ਵੀ ਦਿਨ ਮਾੜਾ ਨਹੀਂ। ਨਾ ਸ਼ਨੀ ਮਾੜਾ, ਨਾ ਵੀਰ ਮਾੜਾ, ਤੇ ਨਾ ਬੁੱਧ ਚੰਗਾ। ਦਿਨ ਉਹ ਚੰਗਾ ਜਿੱਦਣ ਅਸੀਂ ਨਿਤਨੇਮ ਕਰ ਲਈਏ। ਜਿੱਦਣ ਨਿਤਨੇਮ ਨਾ ਹੋਵੇ, ਰਾਤ ਲੇਟ ਸੁੱਤੇ, ਟੀਵੀ ਮੋਬਾਈਲ ਇੱਧਰ ਉੱਧਰ ਉਲਝਣਾਂ ਦੇ ਵਿੱਚ ਸਵੇਰੇ ਉੱਠਣਾ ਹੋਇਆ, ਤੇ ਜੇ ਉੱਠ ਵੀ ਪਏ ਤੇ ਨਿਤਨੇਮ ਨਾ ਕੀਤਾ, ਸਾਧ ਸੰਗਤ ਜੀ ਉਹ ਦਿਨ ਸਾਡੇ ਲਈ ਮਾੜਾ। ਵੈਸੇ ਕੋਈ ਵੀ ਦਿਨ ਮਾੜਾ ਨਹੀਂ ਹੈ ਗੁਰੂ ਘਰ ਦੇ ਵਿੱਚ। ਗਰੀਬ ਨਿਵਾਜ ਮਹਾਰਾਜ ਕਹਿੰਦੇ ਮਾਹ, ਮਹੀਨੇ, ਦਿਵਸ, ਦਿਨ ਅਤੇ ਮੂਰਤ 2 ਘੜੀਆਂ, ਭਾਵ ਥੋੜੇ ਤੋਂ ਥੋੜਾ ਤੇ ਬਹੁਤੇ ਤੋਂ ਬਹੁਤਾ ਸਮਾਂ ਉਹ ਭਲਾ ਹੈ। ਜਿਸ ਕੋ ਨਦਰ ਕਰੇ, ਜਿਨ੍ਹਾਂ ਦਿਨਾਂ ਦੇ ਵਿੱਚ ਮਾਲਕ ਸਾਡੇ ਤੇ ਨਜ਼ਰੇ ਅਨਾਇਤ, ਦਇਆ ਦ੍ਰਿਸ਼ਟੀ, ਕਿਰਪਾ ਕਟਾਖ ਦੇ ਨਾਲ ਸਾਡੇ ਉੱਪਰ ਦੇਖ ਲਵੇ। ਉਹ ਦਿਨ, ਉਹ ਮੁਹੂਰਤ ਔਰ ਉਹ ਘੜੀਆਂ ਸਫਲ ਹਨ ਭਾਈ। ਉਹ ਮਹੀਨੇ ਵੀ ਸਫਲ, ਜਿਵੇਂ ਆ ਮਾਘ ਦਾ ਮਹੀਨਾ, ਇਹਨੂੰ ਬੜਾ ਬੁਰਾ ਮੰਨਿਆ ਜਾਂਦਾ, ਵਿਲੱਛਣਾ ਮੰਨਿਆ ਜਾਂਦਾ। ਔਰ ਇਸੇ ਪ੍ਰਕਾਰ ਕਈ ਮਹੀਨੇ ਨੇ ਐਸੇ ਜਿਨ੍ਹਾਂ ਤੇ ਲੋਕ ਸੋਚਦੇ ਹਰੇਕ ਦਿਨ ਸਾਨੂੰ ਧਾਰਮਿਕ ਸਥਾਨ ਤੇ ਜਾਣਾ ਚਾਹੀਦਾ, ਨਹੀਂ ਤੇ ਕੋਈ ਨਾ ਕੋਈ ਮੁਸੀਬਤ ਹੀ ਆਵੇਗੀ। ਕੁਝ ਮਹੀਨੇ ਵੀ ਸਾਧ ਸੰਗਤ ਜੀ ਬੁਰੇ ਮੰਨੇ ਜਾਂਦੇ ਨੇ। ਤੁਸੀਂ ਕਿਤੇ ਸਨਾਤਨ ਸਾਹਿਤ ਨੂੰ ਪੜ੍ਹ ਕੇ ਦੇਖੋ ਤੇ ਫਿਰ ਹੈਰਾਨ ਹੋ ਜਾਓਗੇ ਪੜ੍ਹ ਕੇ ਕਿ ਕੈਸੀਆਂ ਧਾਰਨਾਵਾਂ ਇਸ ਦੇਸ਼ ਦੇ ਲੋਕਾਂ ਦੀਆਂ ਰਹੀਆਂ ਨੇ, ਜਿਨ੍ਹਾਂ ਦੀਆਂ ਧੱਜੀਆਂ ਮਹਾਰਾਜ ਨੇ ਗੁਰਮਤਿ ਦੇ ਰਾਹੀਂ ਸਾਧ ਸੰਗਤ ਜੀ ਉਡਾ ਕੇ ਤੇ ਸਿੱਖ ਨੂੰ ਬੜੀ ਇੱਕ ਨਿਰੋਲ ਜਿਹੀ ਬਿਰਤੀ, ਬੜਾ ਆਨੰਦਮਈ ਜੀਵਨ, ਬੜਾ ਖੁੱਲਾ ਡੁੱਲਾ ਸਿਧਾਂਤ ਮਹਾਰਾਜ ਨੇ ਬਖਸ਼ਿਆ। ਤੋ ਗਰੀਬ ਨਿਵਾਜ ਮਹਾਰਾਜ ਕਹਿੰਦੇ ਉਹ ਮਹੀਨੇ, ਦਿਨ, ਵਾਰ, ਥਿੱਤੀਆਂ ਔਰ ਇਸੇ ਪ੍ਰਕਾਰ ਘੜੀਆਂ 2 ਘੜੀਆਂ ਸਫਲ ਨੇ। ਜਿਹਦੇ ਉੱਪਰ ਮਾਲਕ ਦਇਆ ਕਰ ਦਿੰਦਾ, ਉਹਦਾ ਸਾਰਾ ਮਹੀਨਾ, ਦਿਨ, ਵਾਰ, ਥਿੱਤਾਂ, ਘੜੀਆਂ, ਸਾਰਾ ਜੀਵਨ ਸਫਲ ਹੈ ਭਾਈ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰਹੁ ਹਰੇ। ਸਤਿਗੁਰੂ ਜੀ ਮਹਾਰਾਜ ਕਹਿੰਦੇ ਮਾਲਕ ਤੇਰੇ ਕੋਲੋਂ ਕੋਈ ਕੁਛ ਮੰਗਦਾ ਹੈ, ਕੋਈ ਕੁਛ ਮੰਗਦਾ ਹੈ। ਮੈਂ ਤਾਂ ਤੇਰੇ ਕੋਲੋਂ ਦਰਸ਼ਨਾਂ ਦਾ ਦਾਨ ਮੰਗਦਾ, ਦਰਸ਼ਨਾਂ ਦਾ ਦਾਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਜਿਹਦੇ ਮਨ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਪਿਆਸਾ, ਮਹਾਰਾਜ ਕਹਿੰਦੇ ਉਹਦੇ ਤੋਂ ਸਦਕੇ। ਇਹ ਤੋਂ ਪਹਿਲਾਂ ਵਚਨ ਆਉਂਦਾ 4 ਪਦਾਰਥ ਜੇ ਕੋ ਮੰਗੈ। ਜੇ ਕੋਈ 4 ਪਦਾਰਥ ਮੰਗਦਾ ਚਾਹੁੰਦਾ, ਮਹਾਰਾਜ ਕਹਿੰਦੇ ਸਾਧ ਜਨਾਂ ਕੀ ਸੇਵਾ ਲਾਗੇ, ਉਹ ਗੁਰਮੁਖਾਂ ਦੀ ਸੇਵਾ ਕਰੇ। ਜੇ ਕੋਈ ਆਪਣਾ ਦੁੱਖ ਮਿਟਾਵੇ, ਜੇ ਕੋਈ ਆਪਣੇ ਦੁੱਖ ਮਿਟਾਉਣਾ ਚਾਹੁੰਦਾ, ਮਹਾਰਾਜ ਕਹਿੰਦੇ ਜਾ ਭਾਈ ਨਾਮ ਜਪਿਆ ਕਰ, ਹਰ ਹਰ ਨਾਮ ਹਿਰਦੈ ਸਦਗਾਵੇ। ਜੇ ਕੋਈ ਆਪਣੀ ਸੋਭਾ ਲੋੜੈ, ਜੇ ਕੋਈ ਆਪਣੀ ਸੋਭਾ ਚਾਹੁੰਦਾ ਕਿ ਮੇਰੀ ਵਡਿਆਈ ਬੱਲੇ ਬੱਲੇ ਹੀ ਹੋਈ ਜਾਵੇ, ਬਸ ਮਹਾਰਾਜ ਕਹਿੰਦੇ ਸਾਧ ਸੰਗ ਹੈ, ਹਉਮੈ ਸ਼ੌਰੈ, ਹੰਕਾਰ ਛੱਡ ਦੇ, ਤਕੱਬਰ ਛੱਡ ਦੇ, ਹੋਵੇਗੀ ਸੋਭਾ ਤੇਰੀ। ਫਿਰ ਜੇ ਕੋਈ ਜਨਮ ਮਰਨ ਤੇ ਡਰ ਹੈ, ਜੇ ਕੋਈ ਡਰਦਾ ਹੈ ਜੰਮਣ ਮਰਨ ਤੋਂ, ਚਾਹੁੰਦਾ ਹੈ ਕਿ ਮੇਰੀ ਮੁਕਤੀ ਹੋ ਜਾਵੇ, ਕਲਿਆਣ ਹੋ ਜਾਵੇ, ਮੋਕਸ਼ ਹੋ ਜਾਵੇ, ਮਹਾਰਾਜ ਕਹਿੰਦੇ ਸਾਧ ਜਨਾਂ ਕੀ ਸਰਣੀ ਬਰੈ। ਅੱਗੇ ਗੁਰਮੁਖ ਆਇਆ, ਉਹਨੇ ਕਿਹਾ ਮਹਾਰਾਜ ਮੇਰੇ ਮਨ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਪਿਆਸਾ, ਜਿਸ ਜਨ ਕੋ ਪ੍ਰਭ ਦਰਸ ਪਿਆਸਾ। ਮਹਾਰਾਜ ਕਹਿੰਦੇ ਮੈਂ ਤੇਰੇ ਬਾਰੇ ਕੁਝ ਨਹੀਂ ਕਹਿ ਸਕਦਾ, ਮੈਂ ਤਾਂ ਤੇਰੇ ਤੋਂ ਬਲਿਹਾਰ ਹੀ ਜਾ ਸਕਦਾ। ਨਾਨਕ ਤਾਂ ਕਹਿ ਬਲ ਬਲ ਜਾਸਾ। ਤੇ ਵਿਸ਼ਵਾਸ ਕਰੋ ਇਹ ਇੱਛਾ ਹਰੇਕ ਦੇ ਹਿਰਦੇ ਵਿੱਚ ਉਤਪੰਨ ਨਹੀਂ ਹੁੰਦੀ। ਇਹ ਇੱਛਾ ਉਹਦੇ ਹਿਰਦੇ ਵਿੱਚ ਉਤਪੰਨ ਹੁੰਦੀ ਹੈ ਜਿਹੜਾ ਨਾਮ ਜਪਦਾ ਹੈ। ਜਦੋਂ ਤੱਕ ਅਸੀਂ ਜਾਪ ਨਹੀਂ ਕਰਦੇ ਉਦੋਂ ਤੱਕ ਆਨੰਦ ਨਹੀਂ, ਜਦੋਂ ਤੱਕ ਆਨੰਦ ਨਹੀਂ ਆਉਂਦਾ ਉਦੋਂ ਤੱਕ ਅਸੀਂ ਉਹਦੇ ਦਰਸ਼ਨਾਂ ਦੇ ਇੱਛਕ ਨਹੀਂ ਬਣ ਸਕਦੇ। ਸਭ ਤੋਂ ਮਹਾਨ ਉਸ ਮਨੁੱਖ ਦੀ ਇੱਛਾ ਜੋ ਮਾਲਕ ਦੇ ਦਰਸ਼ਨਾਂ ਦੀ ਇੱਛਾ ਰੱਖਦਾ। ਮਾਲਕ ਦੇ ਦਰਸ਼ਨਾਂ ਦੀ ਸਾਧ ਸੰਗਤ ਜੀ ਬਹੁਤ ਵੱਡੀ ਮਹੱਤਤਾ, ਦਰਸ਼ਨਾਂ ਦੀ ਇੱਛਾ ਦੀ ਵੀ ਬਹੁਤ ਵੱਡੀ ਮਹੱਤਤਾ ਹੈ।
ਦਰਸ਼ਨਾਂ ਦੀ ਇੱਛਾ ਦੀ ਵੀ ਬਹੁਤ ਵੱਡੀ ਮਹੱਤਤਾ। ਜੇ ਇੱਛਾ ਵੀ ਉਤਪੰਨ ਹੋ ਜਾਵੇ, ਐਵੇਂ ਨਹੀਂ ਹੋ ਸਕਦੀ ਗੱਲ ਮੈਂ ਕਰ ਦਿੱਤੀ, ਮਾਫ ਕਰਨਾ ਸੁਣਨ ਵਾਲਿਆਂ ਨੇ ਸੁਣ ਲਈ, ਪਰ ਜਿੰਨਾ ਚਿਰ ਬੰਦਗੀ ਕਹਿਣ ਅਤੇ ਸੁਣਨ ਵਾਲੇ ਦੇ ਪਲੜੂ ਦੇ ਵਿੱਚ ਖੇਡ ਨਹੀਂ ਬਣ ਸਕਦੀ, ਭਾਵੇਂ ਕੋਈ ਜੋ ਮਰਜ਼ੀ ਕਰ ਲਵੇ। ਗਰੀਬ ਨਿਵਾਜ ਮਾਰਿਆ, ਕਹਿੰਦੇ ਨਾਨਕ ਮੰਗਿਆ ਦਰਸਦਾਨ, ਮਾਲਕ ਮੈਂ ਤੇਰੇ ਕੋਲੋਂ ਦਰਸ਼ਨਾਂ ਦਾ ਦਾਨ ਮੰਗਦਾ, ਕਿਰਪਾ ਕਰੋ ਹਰੇ। ਇਹ ਹਰੀ ਭਰੀ ਸੰਪੂਰਨ ਪਾਪਾਂ ਨੂੰ ਹਰਨ ਵਾਲੇ ਹਰੇਕ ਥਾਂ ਤੇ ਵਿਆਪਕ ਮਾਲਕ, ਮੇਰੇ ਤੇ ਕਿਰਪਾ ਕਰ, ਆਪਣਾ ਦਰਸ਼ਨ ਬਖਸ਼ ਦੇ, ਭਾਵੇਂ ਸੁਪਨੇ ਵਿੱਚ ਹੀ ਦਰਸ਼ਨ ਦੇ ਦੇ ਮਹਾਰਾਜ, ਝਲਕ ਮਾਤਰ ਹੀ ਦਰਸ਼ਨ ਦੇ ਦੇ, ਉਹ ਬਿਜਲੀ ਦੀ ਲਿਸ਼ਕੋਰ ਦੀ ਤਰ੍ਹਾਂ ਹੀ ਦੇ ਦੇਵੇ ਮਹਾਰਾਜ, ਤੈਨੂੰ ਵੇਖ ਤੇ ਲਈਏ ਸਾਡਾ ਜੀਵਨ ਸਫਲ ਹੋ ਜਾਵੇ। ਇਹ ਮਹਾਰਾਜ ਨੇ ਸਾਧ ਸੰਗਤ ਜੀ 12 ਮਾਂਝਨਾਮੇ ਬਾਣੀ ਵਿੱਚ ਕਿਰਪਾ ਕਰਕੇ ਉਪਦੇਸ਼ ਆਖਿਆ। ਕਰੀਬਨ ਸਾਲ ਵਿੱਚ, ਸੋ ਪੂਰੇ ਸਾਲ ਵਿੱਚ ਇਹ ਸ਼ਬਦ ਨੂੰ ਅਸੀਂ ਵਿਚਾਰਿਆ। ਇਸ ਸਾਲ ਵਿੱਚ ਦਾਸ ਨੇ ਵੀ ਹਾਜ਼ਰੀ ਭਰੀ, ਦਾਸ ਦੇ ਨਾਲ ਹੋਰ ਸਿੰਘ ਸਹਿਬਾਨ, ਕਥਾਵਾਚਕ ਗੁਰਮੁਖ ਮਹਾਂਪੁਰਖ, ਉਹਨਾਂ ਨੇ ਵੀ ਹਾਜ਼ਰੀਆਂ ਭਰੀਆਂ। ਸਤਿਗੁਰੂ ਗਰੀਬ ਨਿਵਾਜ ਮਹਾਰਾਜ ਕਿਰਪਾ ਕਰਨ ਇਸ ਸਮੁੱਚੀ ਬਾਣੀ ਦੀ ਸੋ ਵੱਖ-ਵੱਖ ਗੁਰਮੁਖਾਂ ਦੇ ਪਾਸੋਂ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀ ਭੁੱਲ ਚੁੱਕ ਦੀ ਮਹਾਰਾਜ ਮਾਫੀ ਦੇ ਦੇਣ, ਅੱਗੇ ਤੋਂ ਸਮਤ ਬਖਸ਼ਣ। ਅੱਜ ਮਹਾਰਾਜ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀਓ, ਮਾਘ ਦਾ ਮਹੀਨਾ ਸੰਪੂਰਨ ਅਤੇ ਫੱਗਣ ਦਾ ਮਹੀਨਾ ਪ੍ਰਾਰੰਭ ਹੋਇਆ। ਸਤਿਗੁਰੂ ਕਿਰਪਾ ਕਰਨ ਸੰਸਾਰ ਵਿੱਚ ਸ਼ਾਂਤੀ ਵਰਤੇ, ਬਿਮਾਰੀ ਤੋਂ ਸੋ ਨਿਜਾਤ ਮਿਲੇ, ਕੌਮ ਦੀ ਚੜ੍ਹਦੀ ਕਲਾ ਹੋਵੇ, ਕੌਮ ਵਿੱਚ ਏਕਤਾ ਇਤਫਾਕ ਸਲੂਕ ਦੀ ਦਾਤ ਹੋਵੇ, ਕਿਰਤੀਆਂ ਦੀ ਜਿੱਤ ਹੋਵੇ, ਕਿਰਤੀਆਂ ਦੀ ਕਿਰਤ ਜਿਹੜੀ ਜੀਵਤ ਰਹੇ, ਪੰਥ ਦੀ ਚੜ੍ਹਦੀ ਕਲਾ ਹੋਵੇ। ਗਰੀਬ ਨਿਵਾਜ ਮਹਾਰਾਜ ਐਸੀ ਬਖਸ਼ਿਸ਼ ਕਰਨ ਪਾਈ। ਗੁਰੂ ਬਾਣੀ ਦੀ ਵਿਚਾਰ ਕਥਾ ਕਰਦਿਆਂ ਹੋਈ ਅਨੇਕ ਪ੍ਰਕਾਰ ਦੀ ਭੁੱਲ ਚੁੱਕ ਦੀ ਸੀਮਾ ਕਿਤੋਂ ਸਮਤ ਦੇਣੀ। ਲੇਖਾ ਗਣਤ ਨਾ ਛੋਟੀ ਹੈ, ਕਾਚੀ ਪੀਤ ਨਾ ਸੁਧ, ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਮਾਹ ਦਿਵਸ ਮੂਰਤ ਪਲੇ, ਜਿਸ ਕੋ ਨਾਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰਹੁ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।